ਮੈਨੂੰ ਆਈਡੀਆ ਨਹੀਂ ਹੈ ਕਿੱਥੋਂ ਲਿਖਿਆ ਹੋਇਆ, ਆਪਾਂ ਕਿੱਥੋਂ ਪੜਿਆ, ਮੈਨੂੰ ਮੇਰੀ ਮੈਮਰੀ 'ਚ ਨਹੀਂ ਹੈ। ਯੂ ਵਿਲ ਗੈਟ ਪੇਸ਼ੈਂਟ ਇਨ ਯੂਰ ਕਲੀਨਿਕ ਜਿਹੜੇ ਬਹੁਤ ਸਟ੍ਰੈਸਫੁਲ ਸਿਚੁਏਸ਼ਨ ਸੈਂਸਿਟਿਵ ਹੈ, ਪ੍ਰੋਬਲਮ ਚ ਗੁਜ਼ਰ ਰਹੇ ਹੈ, ਸਭ ਕੁਝ ਹੋ ਰਿਹਾ ਹੈ, when they go out somewhere for a vacation or anywhere, ਜਿੱਦਾਂ ਹੀ ਉਹ ਆਪਣੇ ਬਾਰਡਰ ਤੋਂ ਬਾਹਰ ਜਾਓਗੇ ਉਹ ਬਿਲਕੁਲ ਪਰਫੈਕਟਲੀ ਠੀਕ ਹੋ ਜਾਂਦੇ। ਐਂਡ whenever they came back, ਜਿੱਦਾਂ ਹੀ ਫੋਰ ਐਗਜ਼ਾਮਪਲ ਜਾਂ ਜਹਾਜ਼ ਲੈਂਡ ਕੀਤਾ ਜਾਂ ਗੱਡੀ ਐਂਟਰ ਕੀਤੀ ਪੰਜਾਬ ਦੇ ਵਿੱਚ, ਜਾਂ ਉਹਨਾਂ ਦੀ ਕਾਰ ਐਂਟਰ ਕੀਤੀ, ਜਿੱਦਾਂ ਹੀ ਬਾਰਡਰ ਕ੍ਰਾਸ ਕਰੋਗੇ ਸਾਰੀ ਪ੍ਰੋਬਲਮ ਸਟਾਰਟ ਹੋ ਜਾਂਦੀ। ਦਿਸ ਇਜ਼ ਵੈਰੀ ਵੈਰੀ ਟਿਪੀਕਲ ਆਫ ਇਗਨੀਸ਼ਨ, ਰਾਈਟ। ਇਹ ਹੁਣ ਕਿੰਨੇ ਲਿਖਿਆ ਹੋਇਆ, ਕਿੱਦਾਂ ਲਿਖਿਆ ਹੈ, ਮੇਰੀ ਮੈਮਰੀ 'ਚ ਨਹੀਂ ਹੈ, ਮੈਂ ਤੁਹਾਨੂੰ ਇਹ ਨਹੀਂ ਕਹਿ ਦੱਸ ਸਕਦਾ ਕਿ ਇਹ ਕਿੰਨੇ ਲਿਖਿਆ ਹੈ। ਜੇ ਤੁਹਾਨੂੰ ਮਿਲਿਆ ਤਾਂ ਮੈਨੂੰ ਜ਼ਰੂਰ ਦੱਸਿਓ। ਪਰ ਆਈ ਯੂਜ਼ ਦਿਸ ਮੈਨੀ 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 ਟਾਈਮ, ਰਾਈਟ। ਬਹੁਤ ਟਿਪੀਕਲੀ ਤੇ ਬਹੁਤ ਸਟਰਾਂਗਲੀ ਕਿ ਮੂਵਮੈਂਟ ਚ ਗੋ ਐਨੀਵੇਅਰ, ਉਹ ਬਿਲਕੁਲ ਠੀਕ ਹੋ ਜਾਊਗੀ। ਕਿਉਂ? ਉਹਦੀਆਂ ਮੈਕਸਿਮਮ ਪ੍ਰੋਬਲਮ ਹੀ ਸਟ੍ਰੈਸ ਕਾਰਨ, ਤੇ ਜਿੱਦਾਂ ਹੀ ਉਹ ਵਾਪਸ ਆਊਗੀ ਉਹਦੀਆਂ ਸਾਰੀ ਦੀ ਸਾਰੀ ਪ੍ਰੋਬਲਮਸ ਇਨਕਰੀਜ਼ ਹੋ ਜਾਊਗੀ, ਰਾਈਟ। ਤੇ ਆਪਾਂ ਜਦੋਂ ਸਭ ਤੋਂ ਪਹਿਲੀ ਵਾਰੀ ਗਏ ਸਰ ਕੋਲ, ਡਾਕਟਰ ਸੁਦੇਸ਼ ਕੋਲ, ਯਾਨੀ ਕਿ ਜੋ ਸਾਨੂੰ ਐਕਸਪੀਰੀਅੰਸ ਸਰ ਕੋਲੋਂ ਮਿਲਿਆ, ਤੇ ਉੱਥੇ ਇੱਕ ਲੇਡੀ ਆਏ, ਤੇ ਉਹ ਲੇਡੀ ਦਾ ਕੀ ਸੀਗਾ, ਐਂਡ ਸ਼ੀ ਇਜ਼ ਵੈਰੀ ਗੁੱਡ ਲੁਕਿੰਗ, ਰਾਈਟ। ਐਂਡ ਦੇਖਣ ਚ ਇਦਾਂ ਲੱਗ ਰਿਹਾ ਸੀਗਾ ਕਿ ਮਾਈਲਡ, ਜਿੱਦਾਂ ਬੜੇ ਮਾਈਲਡ ਪਰਸਨੈਲਿਟੀ ਵਾਲੀ ਲੇਡੀਜ਼ ਹੁੰਦੇ ਨੇ, ਐਂਡ ਵੈਰੀ, ਜਿਹਨੂੰ ਆਪਾਂ ਕੀ ਵਰਡ ਯੂਜ਼ ਕਰਾਂਗੇ ਉਹਨੂੰ, ਗ੍ਰੇਸਫੁਲ। ਤੁਸੀਂ ਏਦਾਂ ਯੂਜ਼ ਕਰੋ ਉਹਨੂੰ, ਸ਼ੀ ਇਜ਼ ਵੈਰੀ ਗ੍ਰੇਸਫੁਲ। ਤੇ ਜਦੋਂ ਉਹ ਦੱਸ ਰਹੀ ਸੀਗੀ, ਉਹਨੇ ਦੱਸਿਆ ਉਦੋਂ ਕਿ ਕਰੋਸ਼ੀਆ, ਯੂ ਨੋ ਕਰੋਸ਼ੀਆ, ਦੋ ਛੋਟੀਆਂ ਛੋਟੀਆਂ ਸੂਈਆਂ ਹੁੰਦੀਆਂ, ਬਹੁਤ ਬਰੀਕ ਬੁੰਤਰ ਹੁੰਦੀ ਹੈ ਕਰੋਸ਼ੀਆ ਦੀ, ਕਰੋਸ਼ੀਆ ਜਿਹੜੇ ਬੁੰਦੇ, ਪਤਾ ਤੁਹਾਨੂੰ? Yes, yes, यस yes. सर। ਹੈਨਾ। ਤੇ ਉਹਦੀ ਹੌਬੀ ਸੀ ਬੇਸਿਕਲੀ ਕਰੋਸ਼ੀਆ। ਤੇ ਸ਼ੀ ਸੈਡ ਕਿ ਫੋਰ ਐਗਜ਼ਾਮਪਲ ਮੈਂ ਜਦੋਂ ਸਰ ਨੇ ਉਹਨੂੰ ਪੁੱਛਿਆ ਕਿ ਦੱਸੋ ਮੈਨੂੰ ਡਿਜ਼ਾਈਨ ਵਗੈਰਾ ਦਾ ਨਾ, ਉਹ ਕਹਿੰਦੀ ਮੈਂ ਤੇ ਕੋਈ ਵੀ ਡਿਜ਼ਾਈਨ ਜਿੱਦਾਂ ਇੱਕ ਵਾਰੀ ਜੇ ਦੇਖ ਲਿਆ, ਮੈਂ ਐਜ਼ ਇਟ ਇਜ਼ ਘਰ ਆ ਕੇ ਬਣਾ ਲੈਣਾ, ਮੈਨੂੰ ਦੁਬਾਰਾ ਤੋਂ ਦੇਖਣ ਦੀ ਵੀ ਲੋੜ ਨਹੀਂ ਪੈਂਦੀ। ਸਮਟਾਈਮ ਥਿੰਗਸ ਆਰ ਇਨ ਫਰੰਟ ਆਫ ਅਸ, ਇਹ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਫਿਰ ਉਹ ਕੀ ਕਹਿ ਰਹੀ ਹੈ ਕਿ ਮੈਂ ਤਾਂ ਇੱਕ ਵਾਰੀ ਜਿਹੜਾ ਡਿਜ਼ਾਈਨ ਦੇਖ ਲਵਾਂ, ਮੈਨੂੰ ਦੁਬਾਰਾ ਤੋਂ ਦੇਖਣ ਦੀ ਲੋੜ ਨਹੀਂ ਪੈਂਦੀ। Quick ਮੈਂ ਆ ਕੇ perception. ਸੇਮ ਟੂ ਸੇਮ, ਕੁਇਕ ਪਰਸੈਪਸ਼ਨ। Quick to ਦੇਖੋ, perceive, rapid to execute. ਪਹਿਲੀ ਲਾਈਨ ਹੀ ਇਹ ਲਿਖੀ ਹੋਈ ਹੈ, ਜਿਹੜਾ ਪਹਿਲਾ ਪੈਰਾਗ੍ਰਾਫ ਹੈ ਉਹਦੀ ਪਹਿਲੀ ਜਿਹੜੀ ਲਾਸਟ ਲਾਈਨ ਹੈ, ਕੁਇਕ ਟੂ ਪਰਸੀਵ ਐਂਡ ਰੈਪਿਡ ਇਨ ਐਗਜ਼ੀਕਿਊਸ਼ਨ। ਇਗਨੀਸ਼ੀਆ ਦਾ ਕਰੈਕਟਰਿਸਟਿਕ ਫੀਚਰ ਹੈ ਕੁਇਕ ਟੂ ਪਰਸੀਵ, ਬੜੀ ਜਲਦੀ ਪਰਸੀਵ ਕਰੂਗੀ ਕਿਸੇ ਸਿਚੁਏਸ਼ਨ ਨੂੰ, ਤੇ ਉਹਨੂੰ ਬੜੀ ਜਲਦੀ ਐਪਲੀਕੇਸ਼ਨ ਦੇ ਵਿੱਚ ਵੀ ਲੈ ਕੇ ਆ ਸਕਦੀ ਹੈ। ਸੋ ਤੁਹਾਡੀ ਮੈਮਰੀ ਉਦੋਂ ਕੰਮ ਕਰਨੀ ਚਾਹੀਦੀ ਹੈ, ਬੀਇੰਗ ਏ ਹੋਮਿਓਪੈਥ। ਹੁਣ ਆਪਾਂ ਪਤਾ ਨਹੀਂ ਕਿੰਨੀ ਵਾਰੀ ਉਦੋਂ ਐਲਨ ਪੜ੍ਹੀ ਹੋਣੀ ਹੈ, ਪਰ ਸਾਡੇ ਦਿਮਾਗ 'ਚ ਬਿਲਕੁਲ ਵੀ ਨਹੀਂ ਆਇਆ। ਸਰ ਨੇ ਪਹਿਲੀ ਵਾਰੀ ਇਹ ਸਾਨੂੰ ਐਕਸਪਲੇਨ ਕੀਤਾ ਕਿ ਵਟ ਇਟ ਮੀਨਸ ਬਾਈ ਕੁਇਕ ਟੂ ਪਰਸੀਵ ਐਂਡ ਰੈਪਿਡ ਇਨ ਐਗਜ਼ੀਕਿਊਸ਼ਨ। ਫਿਰ ਉਹ ਕਹਿੰਦੀ ਸੀ, ਕਹਿੰਦੀ ਮੈਂ ਜੇ ਇੱਕ ਵਾਰੀ ਕੋਈ ਸੂਟ ਵੀ ਦੇਖ ਲਿਆ, ਮੈਂ ਸੇਮ ਡਿਜ਼ਾਈਨ ਦਾ ਸੂਟ ਮੈਂ ਘਰ ਆ ਕੇ ਬਣਾ ਸਕਦੀ ਹਾਂ, ਮੈਨੂੰ ਦੁਬਾਰਾ ਤੋਂ ਰੈਫਰ ਕਰਨ ਦੀ ਲੋੜ ਨਹੀਂ ਹੈ, ਮੈਂ ਇੱਕ ਵਾਰ 'ਚ ਸਮਝ ਜਾਂਦੀ ਹਾਂ ਕਿੱਥੋਂ ਕੀ ਕੀ ਬਣਨਾ। ਕਰੋਸ਼ੀਆ ਦਾ ਡਿਜ਼ਾਈਨ ਤੇ ਹੋਰ ਵੀ ਕੰਪਲਿਕੇਟ ਹੁੰਦਾ। ਸੋ ਦਿਸ ਇਜ਼, ਤੇ ਦੂਸਰੀ ਚੀਜ਼ ਜਿਹੜੀ ਮੈਂ ਕਹੀ, ਉਹਦਾ ਜਿਹੜਾ ਹੋਣਾ ਸੀ, ਦੈਟ ਇਜ਼ ਵੈਰੀ ਗ੍ਰੇਸਫੁਲ। ਤੇ ਸਰ ਨੇ ਜਦੋਂ ਸਾਨੂੰ ਪੜਾਇਆ ਸੀਗਾ, ਸਰ ਇੱਕ ਵਰਡ ਯੂਜ਼ ਕਰਦੇ ਹੁੰਦੇ ਸੀ, ਫਾਈਨ ਫਾਈਬਰਡ। ਇਗਨੀਸ਼ੀਆ ਦੀ ਪੇਸ਼ੈਂਟ, ਸ਼ੀ ਵਿਲ ਬੀ ਵੈਰੀ ਫਾਈਨ ਫਾਈਬਰ, ਰਾਈਟ। ਮਤਲਬ ਜਿਹਨੂੰ ਕਹਿੰਦੇ ਨੇ ਤਰਾਸ਼ ਕੇ ਬਣਾਇਆ ਹੋਇਆ। ਸੋ ਉਹਦਾ ਸਿਸਟਮ, ਵਾਲ, ਬਾਡੀ ਸਾਰਾ ਉਦਾਂ ਹੀ ਹੋਊਗਾ, ਦੇ ਲੁਕਸ, ਉਹਨੇ ਆਪਣੇ ਆਪ ਦੀ ਕੇਅਰ ਵੀ ਉਦਾਂ ਹੀ ਕੀਤੀ ਹੋਊਗੀ। ਸੋ ਯੂ ਕੈਨ ਯੂਜ਼ ਦਿਸ ਇਨਫੋਰਮੇਸ਼ਨ ਐਜ਼ ਐਨ ਹਿੰਟ, ਤੇ ਜੇ ਸਿੰਪਟਮ ਕੋਰਸਪੋਂਡ ਕਰਦੇ ਆ ਤਾਂ ਤੁਸੀਂ ਉਹਨੂੰ ਪ੍ਰਿਸਕ੍ਰਾਈਬ ਕਰ ਸਕਦੇ ਹੋ, ਰਾਈਟ। ਇਹਨੂੰ ਯਾਦ ਰੱਖਣਾ। ਆਪਾਂ ਸਟਾਰਟ ਕਰਾਂਗੇ। ਸੋ ਪਹਿਲੀ ਜਿਹੜੀ ਆਪਾਂ ਸਟਾਰਟ ਕਰਦੇ ਹਾਂ, ਆਪਾਂ ਸਟਾਰਟ ਹੀ ਇੱਥੋਂ ਕਰਦੇ ਹਾਂ ਕਿ ਇਹਦਾ ਨਾਮ ਬੇਸਿਕਲੀ ਕੀ ਹੈ। ਇਹ ਨਾਮ ਆਇਆ ਕਿੱਥੋਂ, ਰਾਈਟ। ਸੋ देयर वाज अ किंग, 1600 ਸੈਂਚਰੀਜ਼ ਦੀ ਗੱਲ ਹੈਗੀ ਹੈ। ਉਸ ਤੋਂ ਪਹਿਲਾਂ ਇੱਕ ਕਿੰਗ ਸੀਗਾ ਜਿਹੜਾ ਬਹੁਤ ਹੀ ਰੂਥਲੈਸ ਰੂਲਰ ਸੀਗਾ, ਜਸਟ ਲਾਈਕ ਅਸ਼ੋਕਾ, ਰਾਈਟ। ਅਸ਼ੋਕਾ ਦੀ ਜੇ ਤੁਸੀਂ ਹਿਸਟਰੀ ਪੜ੍ਹੋ ਤੇ ਮੇਰੇ ਖਿਆਲ ਕਲਿੰਗਾ ਦੀ ਵਾਰ ਸੀ, ਜਿਹਦੇ ਵਿੱਚ ਜਦੋਂ ਉਹਨੇ ਦੇਖਿਆ ਕਿ ਇੰਨੀ ਮਾਰ ਕਾਟ ਹੋ ਗਈ ਹੈ, ਇੰਨੇ ਬੰਦੇ ਆਸ-ਪਾਸ ਉਹਦੇ ਮਰੇ ਹੋਏ ਹੈ, ਤੇ ਦੈਨ he get a thought that ki what I am doing, and he converted into the Buddhism, right। ਉਹ ਬੁੱਧਿਸਟ ਬਣ ਗਿਆ ਸੀ, ਅਗਰ ਤੁਹਾਨੂੰ ਪਤਾ ਹੋਵੇ ਅਸ਼ੋਕਾ। ਤੇ ਐਮ ਆਈ ਰਾਈਟ, ਏਦਾਂ ਹੀ ਸੀ, ਪਤਾ ਕਿਸੇ ਨੂੰ? नहीं सर, हमें नहीं पता कि स्टोरी के नहीं बारे पता। में। हाँ। नो सर।
ਜੋ ਜਿੱਥੇ ਤੱਕ ਮੈਨੂੰ ਮੇਰੇ ਮਾਈਂਡ ਮੇਰਾ ਦਿਲ ਕਹਿੰਦਾ ਪਿਆ ਉਹ ਕਲਿੰਗਾ ਦੀ ਵਾਰ ਸੀ ਜਿਹਦੇ ਵਿੱਚ ਅਸ਼ੋਕਾ ਨੇ ਇੰਨੀ ਮਾਰਕਾਟ ਦੇਖਣ ਤੋਂ ਬਾਅਦ ਇਟ ਡਿਸਟਰਬ ਹਿਮ ਅ ਲੋਟ ਤੇ ਹੀ ਗੈਟ ਕਨਵਰਟਡ ਇਨਟੂ ਦ ਬੁੱਧਿਜ਼ਮ ਰਾਈਟ। ਮਤਲਬ ਐਕਸਟ੍ਰੀਮ ਵਾਰੀਅਰ ਸਟੇਟ ਤੋਂ ਬਿਲਕੁਲ ਦੂਸਰੀ ਸਟੇਟ 'ਚ ਚਲੇ ਜਾਣਾ। ਤਾਂ ਕਰਕੇ ਮੈਂ ਕਲਾਸ 'ਚ ਕਿੰਨੀ ਵਾਰੀ ਐਕਸਪਲੇਨ ਕਰ ਚੁੱਕਾ ਕਿ ਜਿਹੜੇ ਐਕਸਟ੍ਰੀਮ ਸਟੇਟਸ ਹੁੰਦੇ ਆ ਉਹਨਾਂ ਲਈ ਦੂਸਰੀ ਸਟੇਟ ਦੇ ਵਿੱਚ ਚਲੇ ਜਾਣਾ ਬਹੁਤ ਹੀ ਈਜ਼ੀ ਹੁੰਦਾ ਕਿਉਂਕਿ ਉਹ ਇੰਟੈਂਸ ਦੇਖ ਚੁੱਕੇ ਹੁੰਦੇ ਆ। ਸੋ ਵੈਨ ਹੀ ਸੀ ਦ ਮੋਸਟ ਇੰਟੈਂਸ, ਸੋ ਦੋ ਤਰ੍ਹਾਂ ਦੇ ਪਰਸਨ ਹੁੰਦੇ ਆ, ਵਨ ਦੋਜ਼ ਹੂ ਨੀਡ ਇੰਟੈਂਸਿਟੀ ਐਂਡ ਵਨ who are they are very subtle and sensitive, they don't need intensity to understand, right? ਜਿੱਦਾਂ ਨਾਨਕ ਜੀ ਤੁਸੀਂ ਲੈ ਸਕਦੇ ਹੋ, ਕਬੀਰ ਜੀ ਲੈ ਸਕਦੇ ਹੋ ਤੁਸੀਂ, they don't need an intensity, they are sensitive enough ਕਿ ਜਿਹੜੇ ਕਿ ਦੁਨੀਆ ਦੀ ਵੈਸੇ ਚੀਜ਼ਾਂ ਨੂੰ ਵੀ ਦੇਖ ਕੇ ਉਧਰ ਨੂੰ ਸ਼ਿਫਟ ਹੋ ਗਏ। ਪਰ ਅਸ਼ੋਕਾ ਵਰਗਿਆਂ ਨੂੰ ਜਿਹੜੇ ਪਰਸਨਸ ਹੁੰਦੇ ਆ ਦੇ ਨੀਡ ਦੈਟ ਇੰਟੈਂਸਿਟੀ ਜਿਹੜੀ ਉਹਨਾਂ ਨੂੰ ਪੁਸ਼ ਕਰਦੀ ਹੈ, ਜਾਂ ਉਂਗਲੀ ਮਾਰ ਜਾਂ ਬਾਕੀ ਦੇ ਜਿਹੜੇ ਪਰਸਨ ਸੀਗੇ ਸੀ ਇਹ ਉਦਾਂ ਦਾ ਹੀ ਸੀਗਾ ਜਿਹੜਾ ਸੈਂਟ ਇਗਨੇਟਸ ਜਿਹੜਾ ਸੀਗਾ। ਸੋ ਜਦੋਂ ਇਹਨੇ ਦੇਖਿਆ ਕਿ ਬਹੁਤ ਜ਼ਿਆਦਾ ਫॉर ਐਗਜ਼ਾਮਪਲ ਵਾਰਸ ਬਾਅਦ ਇੱਕ ਇਹਦੇ ਗੋਲਾ ਲੱਗਿਆ ਸੀ, ਕੈਨਨ ਲੱਗੀ ਸੀ ਇਹਦੇ ਪੈਰ ਤੇ ਜਿੱਥੇ ਆਲਮੋਸਟ ਸੀਗਾ ਕਿ ਹੁਣ ਇਹਨੇ ਮਰ ਜਾਣਾ। ਹੁਣ ਉਹ ਜਿਹੜੀ ਇਹਦੀ ਸਟੇਟ ਸੀ ਜਿਹਦੀ ਇਹਦੀ ਹੀਲਿੰਗ ਚੱਲ ਰਹੀ ਸੀ, ਦੈਨ ਹੀ ਕਨਵਰਟਡ ਇਨਟੂ ਦ ਕ੍ਰਿਸਚੀਅਨਿਟੀ। ਮਤਲਬ ਸੀਗਾ ਤੇ ਕ੍ਰਿਸਚੀਅਨ ਹੀ, ਮਗਰ ਹੀ ਗੈਟ ਇਨਟੂ ਦ ਆਈਡੀਆ ਆਫ ਪ੍ਰੈਕਟਿਸਿੰਗ ਕ੍ਰਿਸਚੀਅਨਿਟੀ ਤੇ ਇਹਨੇ ਇੱਕ ਬਣਾਈ ਸੋਸਾਇਟੀ ਆਫ ਜੀਸਸ, ਰਾਈਟ। ਜਦੋਂ ਇਹਨੇ ਸੋਸਾਇਟੀ ਬਣਾਈ ਸੋਸਾਇਟੀ ਆਫ ਜੀਸਸ, ਦੈਨ ਉਹਨਾਂ ਨੇ ਜਾਣਾ ਸ਼ੁਰੂ ਕੀਤਾ ਜਗ੍ਹਾ ਜਗ੍ਹਾ। ਜਦੋਂ 1600 ਚ ਫਿਲੀਪੀਨਸ ਚ ਗਏ ਤਾਂ ਦੇ ਵੈਂਟ ਇਨਟੂ ਦ ਟ੍ਰਾਈਬ। ਸੋ ਨਾਰਮਲੀ ਕ੍ਰਿਸਚੀਅਨਿਟੀ ਦੇ ਵਿੱਚ ਕੀ ਸੀਗਾ, ਜਿੱਦਾਂ ਇੰਡੀਆ ਹੋ ਗਿਆ ਜਾਂ ਅਫਰੀਕਾ ਹੋ ਗਿਆ, ਟ੍ਰਾਈਬਲ ਏਰੀਆ ਹੋ ਗਿਆ, ਦੇ ਗੋ ਦੇਅਰ, ਰਾਈਟ, ਦੇ ਗਿਵ ਵੇਰੀਅਸ ਸਰਵਿਸਿਜ਼, ਉਹਨਾਂ ਦੀ ਇਮਿਊਨਾਈਜੇਸ਼ਨ, ਹੈਲਥ, ਮੈਡੀਸਨ, ਸਟੱਡੀ, ਇਹ ਉਹ, ਤੇ ਉਹਦੇ ਨਾਲ ਕੀ ਹੁੰਦਾ ਕਿ ਦੇ ਆਰ ਕਨਵਰਟਡ ਇਨਟੂ ਦ ਕ੍ਰਿਸਚੀਅਨਿਟੀ। ਤੇ ਹੁਣ ਉਹਨੂੰ ਅੱਗੇ ਕਰਨ ਵਾਸਤੇ ਗਏ ਸੀਗੇ, ਉਹਨੂੰ ਕਨਵੈਂਟ ਵੀ ਕਹਿੰਦੇ ਆ ਜਾਂ ਹੋਰ ਵੀ ਕੁਝ ਕਹਿੰਦੇ ਆ ਉਹਨੂੰ, ਉਹਦੇ ਵਾਸਤੇ ਗਏ ਫਿਲੀਪੀਨਸ ਦੇ ਵਿੱਚ, ਜਿੱਥੇ ਉਹਨਾਂ ਨੇ ਇੱਕ ਟ੍ਰਾਈਬ ਦੇਖੀ ਤੇ ਉਹਨਾਂ ਨੇ ਕੀ ਦੇਖਿਆ ਕਿ ਇਹ ਟ੍ਰਾਈਬ ਵਾਲੇ ਪਰਸਨ ਇੱਕ ਫਰੂਟ ਯੂਜ਼ ਕਰਦੇ ਆ ਫॉर ਪੇਨ ਇਨ ਅਬਡੋਮਨਲ ਕੰਪਲੇਂਟਸ ਵਾਸਤੇ ਤੇ ਫੀਮੇਲ ਦੀ ਕੰਪਲੇਂਟਸ ਵਾਸਤੇ ਉਹ ਇੱਕ ਫਰੂਟ ਯੂਜ਼ ਕਰਦੇ ਆ। ਤੇ ਉਹ ਫਰੂਟ ਜਿਹੜਾ ਹੈ ਉਹ ਇਗਨੀਸ਼ੀਆ ਦਾ ਫਰੂਟ ਹੈ। ਉਦੋਂ ਉਹਨਾਂ ਨੂੰ ਨਹੀਂ ਪਤਾ ਸੀਗਾ, ਪਰ ਦੈਨ ਦੇ ਕੇਮ ਟੂ ਨੋ ਕਿ ਜਿਹੜਾ ਫਰੂਟ ਹੈਗਾ ਜੇ ਇਹਦੀ ਕੁਆਂਟੀਟੀ ਥੋੜੀ ਵੀ ਜ਼ਿਆਦਾ ਹੋ ਜਾਏ ਤੇ ਸਪਾਜ਼ਮਸ ਆ ਜਾਂਦਾ ਹੈ ਤੇ ਈਵਨ ਦੈਟ ਕੈਨ ਕਾਜ਼ ਕੋਮਾ ਐਂਡ ਡੈਥ। ਸੋ ਉਹਨਾਂ ਨੂੰ ਇਹ ਆਪਣੇ ਜਿਹੜਾ ਗੁਰੂ ਸੀਗਾ ਇਹਨਾਂ ਦਾ ਸੈਂਟ ਇਗਨੇਟਸ, ਉਹਦੇ ਨਾਲ ਮਿਲਦਾ ਜੁਲਦਾ ਲੱਗਿਆ ਇਹਨਾਂ ਨੂੰ ਫਰੂਟ, ਕਿ ਇਟ ਇਜ਼ ਹੈਵਿੰਗ ਬੋਥ ਟੂ ਸਾਈਡਸ ਟੂਗੇਦਰ, ਕੰਟਰਾਡਿਕਟਰੀ ਸਾਈਡਸ ਟੂਗੇਦਰ। ਕਿ ਇੱਕ ਪਾਸੇ ਉਹਦੇ ਅੰਦਰ ਕੌਣ ਸੀਗਾ, ਇਹ ਰੂਥਲੈਸ ਜਿਹਨੂੰ ਕਹਿੰਦੇ ਰਾਜਾ, ਇਹ ਕਿਲਰ ਜਿਹਨੇ ਕਿੰਨੇ ਮਰਡਰ ਹੋਏ, ਕਿੰਨਾ ਕੁਝ ਹੋਇਆ। ਦੂਸਰੀ ਸਾਈਡ ਤੇ ਬਿਲਕੁਲ ਟੋਟਲ ਚੇਂਜ ਪਰਸਨੈਲਿਟੀ, ਸਪਿਰਿਚੁਅਲਿਟੀ। ਸੋ ਇੱਕ ਫਰੂਟ ਜਿਹੜਾ ਕਿ ਬਿਲਕੁਲ ਸੌਫਟ ਹੈ, ਪਲਪੀ ਹੈ, ਮਗਰ ਉਹਦੇ ਅੰਦਰ ਜਿਹੜਾ ਸੀਡ ਹੈ ਦੈਟ ਇਜ਼ ਪੋਇਜ਼ਨਸ, ਐਂਡ ਦੈਟ ਇਜ਼ ਵਾਈ ਦੇ ਗਿਵ ਦ ਨੇਮ ਦਿਸ। ਉਹਨਾਂ ਨੇ ਇਹਨੂੰ ਨਾਮ ਦਿੱਤਾ ਨੇ ਹੋਲੀ ਵੀਲ ਆਫ ਸੈਂਟ ਇਗਨੀਟਸ, ਆਪਣੇ ਜਿਹੜਾ ਫਾਊਂਡਰ ਸੀਗਾ ਉਹਦੇ ਨਾਮ ਤੇ ਇਹਦਾ ਨਾਮ ਰੱਖਿਆ, ਐਂਡ ਦੈਟ ਇਜ਼ ਵਾਈ ਦਿਸ ਇਜ਼ ਦ ਨੇਮ ਬੇਸਿਕਲੀ। ਤੇ ਇਹੀ ਫਰਕ ਹੈ, ਦੇਖੋ ਨਕਸਵਾਮਿਕਾ ਦਾ ਜਿਹੜਾ ਬੀਜ ਹੈ, ਨਕਸਵਾਮਿਕਾ ਦਾ ਜਿਹੜਾ ਸੀਡ ਹੈ ਦੈਟ ਇਜ਼ ਹਾਰਡ, ਰਾਈਟ, ਉਹਦੇ ਤੇ ਕੋਈ ਪਲਪ ਨਹੀਂ ਹੈ, ਕੁਛ ਨਹੀਂ ਹੈ, ਮਗਰ ਇਟ ਇਜ਼ ਅ ਸੌਫਟ ਪਲਪੀ ਫਰੂਟ ਜਿਹਦੇ ਅੰਦਰ ਜਿਹੜਾ ਬੀਜ ਹੈ ਜੇ ਉਹ ਕੋਈ ਉਹਨੂੰ ਖਾ ਲੂਗਾ ਤੇ ਉਹ ਪੋਇਜ਼ਨਸ ਹੋਊਗਾ, ਰਾਈਟ। ਸੋ ਜਿੱਦਾਂ ਮੈਂ ਤੁਹਾਨੂੰ ਕਿਹਾ 1600 ਦੇ ਵਿੱਚ ਟ੍ਰੋਪੀਕਲ ਫੋਰੈਸਟਸ ਆਫ ਫਿਲੀਪੀਨਸ, ਰਾਈਟ, ਉਹਨਾਂ ਨੇ ਉੱਥੇ ਦੇਖਿਆ ਕਿ ਦੇयर इज ਅ ਸਵੀਟ ਫਰੂਟ ਐਂਡ ਸਟ੍ਰੇਂਜ ਹੈਵੀ ਸੀਡ ਇਨਸਾਈਡ, ਰਾਈਟ। ਲੋਕਲ ਇਹਨੂੰ ਯੂਜ਼ ਕਰਦੇ ਸੀ ਇਹ ਚੀਜ਼ ਵਾਸਤੇ, ਪਰ ਉਹਦੇ ਨਾਲ ਪੋਇਜ਼ਨਿੰਗ ਵੀ ਹੁੰਦੀ ਸੀ ਉਹਦੇ ਨਾਲ। ਸੋ ਦ ਮਿਸ਼ਨਰੀ ਡਿਸਕਵਰਡ ਦੀ ਸੀਡ ਤੇ ਉਹਨਾਂ ਨੇ ਇਹਦਾ ਨਾਮ ਉਹਦੇ ਤੇ ਰੱਖਿਆ ਆਪਣੇ ਫਾਊਂਡਰ ਤੇ। ਕਿਤੇ ਗਏ ਉਹਨਾਂ ਨੇ ਫਾਊਂਡਰ ਦੇ ਉੱਤੇ ਆਪਣੇ ਨਾਮ ਰੱਖਿਆ। ਸੋ ਇਹਨੂੰ ਯਾਦ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਨਾਮ ਪੜ੍ਹਦੇ ਹੋ ਉਹਦੇ ਪਿੱਛੇ ਦੀ ਸਟੋਰੀ, ਤੇ ਜਿਹੜੀ ਸਟੋਰੀ ਹੈ ਇਟਸ ਗਿਵਿੰਗ ਦ ਜਸਟ ਸੇਮ ਸਟੇਟ, ਰਾਈਟ, ਦੋ ਕੰਟਰਡਿਕਟਰੀ ਸਟੇਟਸ ਟੁਗੇਦਰ। So the ignitia is not just a medicine, it is the story of a seed that travel across the world from the native tradition, ਜਿਹੜਾ ਉੱਥੇ ਦਾ ਏਰੀਆ ਸੀਗਾ, ਜਿਹੜੇ ਆਦੀਵਾਸੀ ਸੀਗੇ, ਉੱਥੋਂ ਗਿਆ ਜਿਊਸਿਊਡ ਦੇ ਵਿੱਚ ਜਿਹੜੇ ਉਹਨੂੰ ਫੋਲੋ ਕਰਦੇ ਸੀ ਜੀਸਸ ਨੂੰ, ਇਨਟੂ ਦ ਯੂਰੋਪੀਅਨ ਮੈਡੀਸਨ ਐਂਡ ਫਾਈਨਲੀ ਇਨਟੂ ਦ ਹੈਨੀਮਨ ਪ੍ਰੂਵਿੰਗ, ਉੱਥੋਂ ਦੀ ਉਹ ਟਰੈਵਲ ਹੋ ਕੇ ਗਿਆ ਉਹ। ਸੋ ਕੌਣ ਸੀਗਾ ਮੈਂ ਤੁਹਾਨੂੰ ਦੱਸ ਦਿੱਤਾ। ਉਹਨੇ ਜਿਹੜੀ ਸੁਸਾਇਟੀ ਦੇਖੋ ਉਹਨੇ ਜਿਹੜੀ ਫਾਊਂਡ ਕੀਤੀ,
देखो ਉਹਦਾ ਨਾਮ ਕੀ ਹੈ, ਸੁਸਾਇਟੀ ਆਫ ਜੀਸਸ ਉਹਨੇ ਫਾਊਂਡ ਕੀਤੀ। ਕਿਹਦੇ ਵਾਸਤੇ ਜਾਣੀ ਜਾਂਦੀ ਸੀ? ਦੈਟ ਇਜ਼ ਨੋਨ ਫॉर द ਸਟ੍ਰਿਕਟ ਸੈਲਫ ਕੰਟਰੋਲ, ਸਟ੍ਰਿਕਟ ਸੈਲਫ ਕੰਟਰੋਲ। ਸੈਕੰਡ ਇਜ਼ ਇਨਰ ਕੰਟਰਡਿਕਸ਼ਨ। ਇਹ ਜਿਹੜੀ ਮੈਂ ਵਰਡਸ ਲਿੱਤੇ ਮੈਂ ਉਹਦੇ ਬੁੱਕ ਉਹਦੇ ਚੋਂ ਜਿਹੜੀ ਇਹਦੀ ਉਹ ਹੈ ਬਾਇਓਗ੍ਰਾਫੀ ਹੁੰਦੀ ਹੈ, ਮੈਂ ਉਹਦੇ ਚੋਂ ਲਿੱਤੇ ਇਹਦੇ ਵਰਡਸ। ਦੇਖੋ ਵਰਡ ਸਾਰੇ ਉਹੀ ਹੈ ਜਿਹੜੇ ਇਗਨੀਸ਼ੀਆ ਵਾਲੇ। ਐਂਡ ਡਿਵੋਸ਼ਨ ਥਰੂ ਸਫਰਿੰਗ, ਰਾਈਟ? डिवोशन कितना है? सफरिंग जी। इफ यू आर इन ए पेन, कंसिडर दैट नॉट एज ए पेन, बेसिकली कंसिडर एज कि वो भगवान का दिता हुआ है, तो उन्होंने एज ए डिवोशन वक्र लेना, राइट? उस तरीके से स्ट्रिक्ट सेल्फ कंट्रोल, बहुत ज्यादा सेल्फ कंट्रोल ते इनर कॉन्ट्रडिक्शन। सो उन्हें एक बुक लिखी सी जिसका नाम सी स्पिरिचुअल एक्सरसाइज, राइट? गाइड फॉर मेडिटेशन एंड डिसिप्लिन द माइंड। सो की नजर आता है इस पर्सन दे विच? फर्स्ट इज रैपिड चेंज फ्रॉम वर्ल्डली सोल्जर टू सेंटली फाउंडर। वर्ल्डली सोल्जर तो सेंटली फाउंडर बनया। दिस इकोज द इग्निशियाज क्विक शिफ्ट ऑफ द मूड एंड लाफ्टर, जेड़ा सडन चेंज आंदा हुंदा। सेकंड इज कॉन्ट्रडिक्शन। वंस अ मैन ऑफ द वॉर लेटर बिकम द सेंट ऑफ पीस। तां करके अगे जाके मैं अगे दा एग्जांपल देना हिस्टोरियन दा, उन्हें वर्ड बड़ा सोहना इहदे वास्ते यूज कीता है। So just like the seed, a sweet pulp outside, but bitter core inside, two opposite together ਇਹਦੇ ਵਿੱਚ ਤੁਹਾਨੂੰ contradictory state ਮਿਲਦੀ ਹੈ। Suppression and self-control, right? He taught strict separation of the desire and discipline of the emotion, very much like ignition, right? ताकि वो internal ही held down करके रहे। Historians हैं, उन्होंने describe की किया, describe him a man of a conflicting impulse, सोल्जरली एम्बिशन वर्सेस स्पिरिचुअल ह्यूमैनिटी। दो कॉन्फ्लिक्ट्स इस पर्सन ਦੇ ਵਿੱਚ ਹੈ। ਸੋ ਤੁਸੀਂ, ਮੈਂ ਨਹੀਂ ਕਹਿੰਦਾ ਕਿ ਇਹ ਸਾਰਾ ਕੁਝ ਉਹਦੇ ਵਿੱਚ ਤਾਂ ਸੀਗਾ ਤੇ ਉਹਨਾਂ ਨੇ ਨਾਮ ਰੱਖਿਆ, ਨੋ। ਉਹਨਾਂ ਨੇ ਨਾਮ ਇਹਦਾ ਤਾਂ ਰੱਖਿਆ, ਇੱਕ ਉਹਨਾਂ ਦਾ ਗੁਰੂ ਸੀਗਾ, ਦੂਸਰਾ ਉਹਦਾ ਹੀ ਨਾਮ ਕਿਉਂ ਰੱਖਿਆ? ਮੇਬੀ ਉਹ ਇਦਾਂ ਕਰਦੇ ਹੋਣ ਕਿ ਸਾਰਾ ਕੁਝ ਗੁਰੂ ਦੇ ਨਾਮ ਲਿਖ ਦੋ, ਇਦਾਂ ਵੀ ਹੁੰਦਾ, ਰਾਈਟ? ਜਿੱਦਾਂ ਅੱਜ ਕੱਲ੍ਹ ਯੋਜਨਾ ਚੱਲਦੀਆਂ ਜਾਂ ਪਹਿਲਾਂ ਯੋਜਨਾ ਚੱਲਦੀਆਂ ਸੀਗੀਆਂ, ਇੰਦਰਾ ਗਾਂਧੀ ਯੋਜਨਾ, ਇਹ ਉਹ ਯੋਜਨਾ ਸਾਰੇ ਉਹਨਾਂ ਦੇ ਨਾਮ ਤੇ ਚੱਲਦੀ ਸੀ। ਮਗਰ ਦੂਸਰਾ ਕੀ ਸੀਗਾ, ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਗੁਰੂ ਵਰਗਾ ਲੱਗਿਆ। ਜਿਹੜਾ ਰੈਫਰੈਂਸ ਲਿਖਿਆ ਹੈ ਉਹਨਾਂ ਨੂੰ ਆਪਣੇ ਗੁਰੂ ਵਰਗਾ ਲੱਗਿਆ ਕਿ ਦੋ ਸਟੇਟਸ ਟੁਗੇਦਰ ਹੈ, ਜਿਹਦੇ ਵਿੱਚ ਇੱਕ ਪੋਇਜ਼ਨਸ ਹੈ, ਇੱਕ ਵਾਰੀਅਰ ਹੈ, ਦੂਸਰਾ ਸੇਂਟ ਹੈ, ਦੂਸਰੀ ਸਵੀਟ ਹੈ। ਸੋ ਦੋ ਸਟੇਟ ਟੁਗੇਦਰ ਹੈ ਤੇ ਉਹਦੇ ਵਿੱਚ ਰੈਪਿਡ ਚੇਂਜ ਹੈ, ਤਾਂ ਕਰਕੇ ਉਹਨਾਂ ਨੂੰ ਲੱਗਿਆ ਕਿ ਹਾਂ ਇਹ ਸਾਡੇ ਗੁਰੂ ਵਰਗਾ ਹੋ ਸਕਦਾ, ਰਾਈਟ? ਸੋ ਜਿਹੜੀ ਲਾਈਨ ਉੱਥੇ ਮੈਨੂੰ ਲੱਗੀ ਏਦਾਂ ਹੋ ਸਕਦਾ ਹੈ ਕਿ ਆਈ ਹਾਈਡ inside a pulp, I invite you with the sweetness, but if you touch my real core, I will hurt you. This is the very crux of ignition। मैं कितनी बारी क्लास भी है करना होना, ते मैं अपने एक्सपीरियंस तो भी कह रहा, मैं एक दो टीचर्स के रेफरेंस तो भी कह रहा ਤੁਹਾਨੂੰ ਇਸ ਚੀਜ਼ ਨੂੰ। ਮੈਨੂੰ ਲੱਗਦਾ ਬਿਥੋਲਕਸ ਨੇ ਜਾਂ ਕਿਸੇ ਹੋਰ ਨੇ ਵੀ ਇਹ ਚੀਜ਼ ਨੂੰ ਮੈਂਸ਼ਨ ਕੀਤਾ ਹੈ, ਜਾਂ ਮੌਰਿਸਨ ਨੇ, ਕਿ it is very difficult to live with the ignition, particularly when ignition is in the teenage। ਉਸ ਤੋਂ ਬਾਅਦ ਥੋੜੀ ਜਿਹੀ ਮੈਚੁਰਿਟੀ ਆਣੀ ਸ਼ੁਰੂ ਹੋ ਜੂਗੀ, ਰਾਈਟ? ਪਰ अर्ਲੀ ਫੇਜ਼ ਜਿਹੜੀ ਹੁੰਦੀ ਹੈ ਇਗਨੀਸ਼ੀਆ ਦੀ, ਉਹਦੇ ਵਿੱਚ ਬਹੁਤ ਡਿਫਿਕਲਟ ਹੈ ਉਹਦੇ ਵਿੱਚ ਉਹਦੇ ਨਾਲ ਰਹਿਣਾ। ਤਾਂ ਕਰਕੇ ਆਈ ਇਨਵਾਈਟ ਯੂ ਵਿਦ ਦ ਸਵੀਟਨੈਸ, ਬਟ ਇਫ ਯੂ ਟੱਚ ਮਾਈ ਰੀਅਲ ਕੋਰ, ਆਈ ਵਿਲ ਹਰਟ ਯੂ। ਕਾਰਨ ਕੀ ਹੈ ਉਹਦਾ? ਉਹਦਾ ਬਹੁਤ ਵੱਡਾ ਕਾਰਨ ਹੈ ਉਹਦੀ ਫੈਂਟਸੀ ਵਰਡ। ਬਹੁਤ ਵੱਡਾ ਕਾਰਨ। ਜਿਹੜੇ ਮੇਰੇ ਪੇਸ਼ੈਂਟ ਰਿਸਪੌਂਡ ਕੀਤੇ ਇਗਨੀਸ਼ੀਆ ਦੇ ਨਾਲ, ਕੁਝ ਪੇਸ਼ੈਂਟ ਤਾਂ ਮੈਂ ਤੁਹਾਨੂੰ ਸਿਰਫ ਉਹਦੇ ਛੋਟੀ-ਛੋਟੀਆਂ ਚੀਜ਼ਾਂ ਦੱਸਦਾ ਜਿਹੜਾ ਤੁਹਾਨੂੰ ਹੈਲਪ ਕਰੂਗੀ ਉਹਨੂੰ ਅੰਡਰਸਟੈਂਡ ਕਰਨ ਦੇ ਵਿੱਚ। ਕਿ ਫੋਰ ਐਗਜ਼ਾਮਪਲ ਕਿ ਹਜੇ ਉਹ 9th 10th ਪੜ੍ਹਦੀ ਹੈ, ਪਰ ਉਹਦੇ ਕੋਲ ਸਾਰੇ ਗਾਣੇ ਲਿਖੇ ਹੋਏ ਹੈ ਕਿ ਉਹਨੇ ਮੈਰਿਜ ਤੇ ਕਿਹੜੇ-ਕਿਹੜੇ ਗਾਣੇ ਚਲਾਣੇ ਆ ਆਪਣੀ ਮੈਰਿਜ ਤੇ, ਕਿਹੜੇ ਮਹਿੰਦੀ ਤੇ ਕੀ ਹੋਊਗਾ, ਮਹਿੰਦੀ ਦੇ ਵਿੱਚ ਕਿੱਦਾਂ ਸਾਰਿਆਂ ਨੇ ਕੱਪੜੇ ਪਾਣੇ ਆ, ਡਾਂਸ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਗਾਣੇ ਕਿੱਦਾਂ ਦੇ ਹੋਊਗੇ, ਮਿਊਜ਼ਿਕ ਕੀ ਹੋਊਗਾ, ਕੱਪੜੇ, ਡੈਕੋਰੇਸ਼ਨ, ਸਭ ਕੁਝ। She fantasized everything about the marriage। ਹੁਣ ਹੋਣਾ ਕੀ ਹੈ? Whenever you fantasize like that, you are going to be hurt। ਹੋਣ ਲੱਗੇ ਕੁਛ ਨਾ ਕੁਛ ਰਹਿ ਜਾਣਾ, ਕੁਛ ਨਾ ਕੁਛ ਨਹੀਂ ਪਸੰਦ ਆਣਾ ਤੁਹਾਨੂੰ, ਕਿਉਂਕਿ ਤੁਹਾਡਾ ਉਹ ਮੈਚ ਨਹੀਂ ਕਰਨਾ ਤੁਹਾਡੇ ਇਨਰ ਫੈਂਟਸੀ ਵਰਲਡ ਦੇ ਨਾਲ। ਸੋ ਇਗਨੀਸ਼ੀਆ ਦੀ ਪ੍ਰੋਬਲਮ ਹੈ ਹੁੰਦੀ, ਰਾਈਟ? ਸੋ ਮੌਰਿਸਨ ਇੱਥੇ ਐਗਜ਼ਾਮਪਲ ਦਿੰਦੇ ਆ। ਮੌਰਿਸਨ ਕਹਿੰਦੇ ਆ ਕਿ ਫੋਰ ਐਗਜ਼ਾਮਪਲ ਅਗਰ ਸਪੋਜ਼ ਇਗਨੀਸ਼ੀਆ ਡੇਟ ਤੇ ਜਾ ਰਹੀ ਹੈ ਐਂਡ ਸ਼ੀ ਇਜ਼ ਵੇਟਿੰਗ ਫॉर दैट डेट फॉर a year and a half, ਸਪੋਜ਼ ਉਹਦੀ ਵੇਟ ਕਰ ਰਹੀ ਹੈ ਉਹ, ਐਂਡ ਸਡਨਲੀ ਹੀ ਸੀ ਹਿਸ ਬॉयफ्रेंड ਤੇ ਉਹ ਬੁਕੇ ਲੈ ਕੇ ਆ ਰਿਹਾ ਜਾਂ ਇੱਕ ਰੋਜ਼ ਲੈ ਕੇ ਆ ਰਿਹਾ, ਐਂਡ ਉਹਦੇ ਅੰਦਰ ਦੇ ਫੈਂਟਸੀ ਵਰਲਡ ਦੇ ਵਿੱਚ ਇਹ ਸੀਗਾ ਕਿ ਯਾਰ ਬੁਕੇ ਹੋਣਾ ਚਾਹੀਦਾ। ਸ਼ੀ ਗੈਟ ਹਰਟ। ਹੁਣ ਕੀ ਹੈ?
she will not tell about that कि ਮੈਨੂੰ ਇਸ ਤੇਰੀ ਗੱਲ ਤੇ ਗੁੱਸਾ ਆਇਆ। Now she will try to find out each and every, कोई छोटी छोटी गल होगी, she will find a reason to fight, right? तो सारी डेट खराब हो जाऊगी। उस तो बाद ਜਦੋਂ ਵਾਪਸ ਚਲੇ ਜਾਓਗੇ and she keep on ਆਪਣੇ ਆਪ ਨੂੰ ਕਹਿੰਦੀ ਰਹੂਗੀ ਮੈਂ ਇਦਾਂ ਕਿਉਂ ਕੀਤਾ, ਮੈਂ ਇਦਾਂ ਦੀ ਕਿਉਂ ਹੈਗੀ ਆ, ਮੈਂ ਇਦਾਂ ਕਿਉਂ ਕਰਦੀ ਆ, ਮੈਂ ਆਪਣੇ ਆਪ ਹੀ ਕਿਉਂ ਖਰਾਬ ਕਰ ਲੈਂਦੀ ਆ। ਦੇ ਕਾਮਨਲੀ ਯੂਜ਼ ਦਾ ਵਰਡ ਕਿ ਆਪਾਂ ਡਿਸਟਰਕਟਿਵ ਟੈਂਡੈਂਸੀ ਦੇ ਹੈਗੇ ਆ, ਆਪਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਆ। ਮਗਰ ਪ੍ਰੋਬਲਮ ਕੀ ਹੈ, ਫੈਂਟਸੀ ਜਿਹੜੀ ਉਹਨਾਂ ਨੇ ਇੰਟਰਨਲ ਕ੍ਰੀਏਟ ਕੀਤੀ ਹੋਈ ਹੈ ਮਾਈਂਡ ਦੇ ਵਿੱਚ, ਐਂਡ ਥਿੰਗਸ ਆਰ ਨਾਟ ਮੈਚਿੰਗ ਵਿਦ ਇਟ। ਉੱਥੋਂ ਸਾਰੀ ਪ੍ਰੋਬਲਮ ਆਉਂਦੀ ਉਹਨੂੰ, ਜਿਹੜੀ ਇਗਨੀਸ਼ੀਆ ਦੀ ਬੇਸਿਕ ਪ੍ਰੋਬਲਮ ਹੈ ਉੱਥੋਂ ਆਉਂਦੀ ਹੈ, ਰਾਈਟ। ਤਾਂ ਕਰਕੇ ਉਹਦੇ ਵਿੱਚ ਹੈ ਆਈ ਹਾਈਡ ਇਨਸਾਈਡ ਅ ਪਲਪ, I invite you with the sweetness. Otherwise, Ignitia is very sweet. Otherwise, Ignitia, ਐਨੀ ਕਿ ਉਹਦੀ ਕੋਈ ਪ੍ਰੋਬਲਮ ਹੈਗੀ, she is very mild। ਆਪਾਂ ਪੜ੍ਹਦੇ ਕਿੱਦਾਂ ਮਾਈਲਡ, ਜੈਂਟਲ, ਜਿਹੜਾ ਮੈਂ ਹੁਣੇ ਤੁਹਾਨੂੰ ਦੱਸਿਆ ਵੈਰੀ ਗ੍ਰੇਸਫੁਲ। ਪਰ ਪ੍ਰੋਬਲਮ ਹੈ ਉਹਦਾ ਇੰਟਰਨਲ, ਜਿਹੜੀ ਉਹਦੀ ਇੰਟਰਨਲ ਸਟੇਟ ਹੈ, ਦੈਟ ਇਜ਼ ਦ ਪ੍ਰੋਬਲਮ। ਉੱਥੇ ਜਿਹੜਾ ਉਹਦਾ ਬਦਲਣਾ ਹੈ, दैट इज इंपॉर्टेंट। मैं बड़ी बड़ी क्लासिक लाइन यूज करता हूँ ना, किसने जाना है बदलते मौसम का मिजाज, चाहो उसको तो समझ पाओगे फितरत उसकी। कि जिदा मौसम बदलता ना उस तो तेज बदलती हो, राइट। पल्सिटिला ऐदा नहीं बदलती, पल्सिटिला स्लो चेंज होंगी। इग्निशिया, मॉस्कस, क्रोकस सटाइवा, दे शिफ्ट वेरी फास्ट, वेरी वेरी फास्ट, बड़ी तेज। अदर रेमेडी जी ये वर्गी तुम कह सकते हो वैलरीना, राइट। वैलरीना कह सकते हो, वैलरीना भी इदा की हो सकती है। ਜਾਂ देयर इज ए वन रेमेडी, नोट करो ਇਹਨੂੰ डॉक्टर, ਤੁਸੀਂ नोट करो जिंकम वैलरीना, right। Sometimes we get a patient with a combination of जिंकम वर्गी रेस्टलेसनेस ਤੇ इग्निशिया वर्गा हिस्टीरिया, राइट। ਸਾਨੂੰ ਸਟੇਟ ਇਦਾਂ ਦੀ ਮਿਲਦੀ ਹੈ ਪੇਸ਼ੈਂਟ ਦੀ ਕਿ ਜਿਸ ਬਹੁਤ ਰੈਸਟਲੈਸਨੈਸ ਹੈ, ਆਪਣੀਆਂ ਲੱਤ ਹਿਲਾਈ ਜਾ ਰਿਹਾ ਹੈ, ਟੈਨਸ਼ਨ ਹੋਈ ਪਈ ਹੈ, ਕੁਝ ਹੋ ਨਾ ਜਾਵੇ, ਇਦਾਂ ਨਾ ਹੋ ਜੇ, very insecure, and along with that there is a hysterical state, then consider this remedy zincum valeriana। It is a combination of zincum and valeriana। It is a very good remedy for that condition। So ਇਦਾਂ ਦੇ ਗਰੁੱਪ ਦੇ ਵਿੱਚ ਇਹ ਰੈਮੇਡੀ ਫਾਲ ਕਰੂ, ਰਾਈਟ। ਸੋ ਇਹ ਉਸ ਚੀਜ਼ ਤੋਂ ਹਰਟ ਕਰੂ। ਹੁਣ ਇੱਥੇ ਜਦੋਂ ਮੈਂ ਰੈਮੇਡੀ ਨੂੰ ਪੜ੍ਹ ਰਿਹਾ ਸੀਗਾ ਤੇ ਪੜ੍ਹਦੇ ਪੜ੍ਹਦੇ ਇੱਕ ਬਹੁਤ ਅੱਛੀ ਚੀਜ਼ ਮਿਲੀ ਮੈਨੂੰ, ਰਾਈਟ। ਉਹ ਕੀ ਸੀਗਾ ਕਿ ਜਦੋਂ ਮੈਂ ਇਹਨੂੰ ਰੈਮੇਡੀ ਨੂੰ ਪੜ੍ਹਨਾ ਸ਼ੁਰੂ ਕੀਤਾ, ਤੁਸੀਂ ਵੀ ਦੇਖਿਓ ਇਹਨੂੰ ਇੱਕ ਵਾਰੀ, ਆਈ ਕੇਮ ਟੂ ਨੋ ਦੈਟ ਇਹ ਮੈਡੀਸਨ ਜਿਹੜਾ ਪਲਾਂਟ ਹੈ ਬੇਸਿਕਲੀ, ਇਹਦਾ ਜਿਹੜਾ ਸੀਡ ਹੈ, ਇਟ ਕੰਟੇਨਸ ਆਲਮੋਸਟ ਸੇਮ ਅਮਾਊਂਟ ਆਫ ਸਟ੍ਰਿਚਨੀਅਮ ਐਂਡ ਸੇਮ ਅਮਾਊਂਟ ਆਫ ਬਰੂਸਿਨ, ਜਿਹੜੀ ਨਕਸ ਵੋਮਿਕਾ ਚ। ਫਿਰ ਰਿਪੀਟ ਕਰਦਾ, ਜਿੰਨੀ ਸਟ੍ਰਿਚਨੀਅਮ ਨਕਸ ਵੋਮਿਕਾ ਚ ਹੈ ਉਨੀ ਹੀ ਸਟ੍ਰਿਚਨੀਅਮ ਇਹਦੇ ਵਿੱਚ ਹੈ, ਜਿੰਨੀ ਬਰੂਸਿਨ ਨਕਸ ਵੋਮਿਕਾ ਚ ਹੈ ਉਨੀ ਹੀ ਬਰੂਸਿਨ ਇਹਦੇ ਵਿੱਚ ਹੈਗੀ ਹੈ। फिर इनकी पिक्चर क्यों चेंज है, एनीवन? एनीवन? हाँ जी, अपना पार्ट भी तो देगी। तो हमेशा बेसिकली जो प्लांट है, जो उसका फ्रूट टाइप जो भी है, वो अपना जो बेसिस में है वो अपना शो भी तो करेगी उसमें। बिल्कुल। और सर आपने बोला था जैसे कि वो अलग प्लांट है तो वो अपना अलग इन्वायरमेंट, अपना अलग कलर देगा। प्लांट्स तो अलग ही हैं। right, so this helped me to understand this, that chemistry is a part, not a whole। ਇਹਨੂੰ याद रखो, this is a good learning for me also कि chemistry की एक part है, whole नहीं। plant ਦੀ ਜਿਹੜੀ other beings है, other ਚੀਜ਼ਾਂ ਹੈਗੀਆਂ। for example देखो, there is a difference in the seed of nux vomica, nux vomica and ignitia। ਨਕਸ ਵੋਮਿਕਾ ਦੇ ਸੀਡ ਦੇ ਵਿੱਚ ਕੋਈ ਪਲਪ ਨਹੀਂ ਹੈ, ਕੋਈ ਕਵਰਿੰਗ ਨਹੀਂ ਹੈ, ਹਾਰਡ ਸੀਡ ਹੈ ਸਿੱਧਾ, ਰਾਈਟ। ਕਿਸੇ ਵੀ ਚੀਜ਼ ਨਾਲ ਫਾਈਟ ਕਰਨ ਨੂੰ ਰੈਡੀ ਹੈ, এনवायरमेंट ਨੂੰ ਫਾਈਟ ਕਰਨ ਨੂੰ ਰੈਡੀ ਹੈ, ਉਹਨੂੰ ਕੋਈ ਵੀ ਨਹੀਂ ਚਾਹੀਦਾ। ਔਨ ਦਾ ਕੰਟਰਰੀ ਇਗਨੀਸ਼ੀਆ ਫਰੂਟ ਬਣਾਉਂਦੀ ਹੈ, ਰਾਈਟ, ਜਿਹਦੇ ਚ ਉਹਦਾ ਸੀਡ ਨਿਕਲਦਾ ਹੈ ਤੇ ਉਹ ਫਰੂਟ ਕਿਤੇ ਉੜ ਕੇ ਵੀ ਨਹੀਂ ਜਾ ਸਕਦਾ, ਜਿੱਦਾਂ ਬਾਕੀ ਡੈਂਡਲੀਓਨ ਹੁੰਦਾ ਜਾਂ ਹੋਰ ਹੁੰਦੇ, ਉਹ ਸੀਡ ਉੜ ਕੇ ਚਲੇ ਜਾਂਦੇ। ਇੱਕ ਨੀਡ ਐਨ ਹਿਊਮਨ ਔਰ ਐਨ ਐਨੀਮਲ ਇੰਟਰਵੈਂਸ਼ਨ सीड ਨੂੰ ਅੱਗੇ ਭੇਜਣ ਵਾਸਤੇ। ਦਿਸ ਇਜ਼ ਦ ਲਾਈਫ ਸਾਈਕਲ ਆਫ ਦ ਪਲਾਂਟਸ, ਕਿ ਸੀਡਸ ਨੂੰ ਡਿਸਪਰਸ ਕਰਨਾ, ਆਪਣੇ ਨੰਬਰਸ ਨੂੰ ਵਧਾਉਣਾ, ਰਾਈਟ, ਆਪਣੇ ਸਰਵਾਈਵਲ ਨੂੰ ਮੇਨਟੇਨ ਕਰਨਾ। ਇਹੀ ਹੈ ਪਲਾਂਟਸ ਦੀ ਲਾਈਫ ਦਾ ਜਿਹੜਾ ਓਵਰਆਲ ਹੈ। ਤੇ ਹੁਣ ਫਰੂਟ ਅੱਗੇ ਜਾਣਾ ਚਾਹੀਦਾ ਪਰ ਫਰੂਟ ਬਿਟਰ ਹੈ, ਕੌਣ ਖਾਊਗਾ ਉਹਨੂੰ? ਸੋ ਦੇयर इज ਅ ਕੰਟਰਡਿਕਸ਼ਨ, ਇਨ ਬਿਲਡ ਕੰਟਰਡਿਕਸ਼ਨ। ਸੋ ਇੱਥੇ ਮੈਨੂੰ ਜੋ ਸਮਝ ਆਇਆ ਕਿ ਕੈਮਿਸਟਰੀ ਦਾ ਇੱਕ ਰੋਲ ਹੈ
ਸੋ ਸਟ੍ਰਿਚਨੀਅਮ ਉੱਥੇ ਵੀ ਸਪੈਜ਼ਮ ਦੇ ਰਹੀ ਹੈ, ਸਟ੍ਰਿਚਨੀਅਮ ਇੱਥੇ ਵੀ ਸਪੈਜ਼ਮ ਦੇ ਰਹੀ ਹੈ, ਰਾਈਟ। ਪਰ ਉਹਨਾਂ ਦੀ ਸਪੈਜ਼ਮ 'ਚ ਫਰਕ ਹੈ, ਉਹਨਾਂ ਦੇ ਟਾਰਗੇਟ ਏਰੀਆ ਫਰਕ ਹੈ, ਉਹਨਾਂ ਦਾ ਓਵਰਆਲ ਬਿਹੇਵੀਅਰ ਪੈਟਰਨ ਫਰਕ ਹੈ, ਕਿਉਂਕਿ ਦੋਨੋਂ ਪਲਾਂਟਸ ਫਰਕ ਹੈ। ਇੱਕ ਰੂਥਲੈਸ ਪਲਾਂਟ ਹੈ ਜਿਹੜਾ ਫਾਈਟ ਕਰਦਾ ਹੈ ਨੇਚਰ ਦੇ ਵਿੱਚ, ਹਾਰਸ਼ ਕੰਡੀਸ਼ਨ ਦੇ ਵਿੱਚ, ਤੇ ਫਾਈਟ ਕਰਦਾ ਹੈ ਆਪਣੀ ਸਨਲਾਈਟ ਵਾਸਤੇ, ਰਾਈਟ, ਬਾਈ ਹੈਵਿੰਗ ਅ ਸਟਰੋਂਗ ਵੁੱਡ। ਇੱਕ ਦਾ ਸਿਸਟਮ ਹੈ ਸਰਵਾਈਵਲ ਦਾ। ਦੂਸਰਾ ਕੀ ਹੈਗਾ? ਦੂਸਰਾ ਬੇਲ ਵਰਕਨ ਹੈ, ਜਿਹੜਾ ਕਿਸੇ ਦੀ ਮਦਦ ਦੇ ਨਾਲ, ਕਿਸੇ ਦੀ ਹੈਲਪ ਦੇ ਨਾਲ ਆਪਣੇ ਆਪ ਨੂੰ ਹੌਲੀ ਹੌਲੀ ਉਹਦੇ ਅਰਾਊਂਡ ਗਰੋ ਕਰਦਾ ਹੈ। ਸੋ ਜਿਹੜੀ ਬੀਇੰਗ ਹੈ ਉਹ ਨਾਲ ਆ ਰਹੀ ਹੈ, ਇਹਨੂੰ ਯਾਦ ਰੱਖਣਾ ਹੈ ਤੁਸੀਂ, ਰਾਈਟ। ਸੋ ਇਟ ਕੰਟੇਨ ਦ ਸੇਮ ਅਮਾਊਂਟ, ਦਿਸ ਇਜ਼ ਵੈਰੀ ਇੰਪੋਰਟੈਂਟ। ਤੁਸੀਂ ਕਹਿ ਸਕਦੇ ਹੋ ਇਨਫੈਕਟ ਸਲਾਈਟਲੀ ਮੋਰ ਸਟ੍ਰਿਚਨੀਅਮ ਪ੍ਰੋਪੋਰਸ਼ਨਲੀ, ਇਹ 'ਚ ਥੋੜੀ ਜਿਹੀ ਜ਼ਿਆਦਾ ਹੀ ਹੈ, ਰਾਈਟ। ਦੈਨ ਕਿਉਂ ਸੇਮ ਐਲਕੋਲਾਈਡ ਡਿਫਰੈਂਟ ਪਿਕਚਰ ਰੈਮੇਡੀ ਹੈ? ਸੋ ਕਿ ਆਪਾਂ ਇਹਨੂੰ ਕਹਿ ਸਕਦੇ ਹਾਂ ਓਨਲੀ ਦੋ ਕੈਮੀਕਲੀ ਆਪਾਂ ਕਹਿ ਸਕਦੇ ਹਾਂ ਬੋਥ ਸ਼ੁਡ ਐਕਟ ਆਲਮੋਸਟ ਆਇਡੈਂਟੀਕਲ, ਪਰ ਹੋਮਿਓਪੈਥੀ ਨੂੰ ਆਪਾਂ ਕਹਿ ਸਕਦੇ ਹਾਂ ਡਸ ਨਾਟ ਰਿਡਿਊਸ ਟੂ ਦਾ ਪਲਾਂਟ ਓਨਲੀ। ਸਿਰਫ ਕੈਮੀਕਲ ਫਾਰਮੂਲਾ ਦੇ ਨਹੀਂ ਹੈ, ਉਹਦੇ ਵਿੱਚ ਪਲਾਂਟ ਤੇ ਉਹਦੀ ਪਲਾਂਟ ਦੀ ਲਾਈਫ ਸਟ੍ਰੈਟਜੀ ਵੀ ਹੈ, ਜਿਹਦੇ ਵਿੱਚ ਉਹਦੀ ਇਕੋਲੋਜੀ ਆਉਂਦੀ ਹੈ, ਸਰਵਾਈਵਲ ਮੈਕੈਨਿਜ਼ਮ ਆਉਂਦਾ ਹੈ, ਉਹਦੀ ਮਰਫੋਲੋਜੀ ਆਉਂਦੀ ਹੈ, ਉਹਦੇ ਚ ਉਹਦੀ ਸੀਡ ਫਾਰਮੇਸ਼ਨ ਆਉਂਦੀ ਹੈ, ਉਹਦੇ ਵਿੱਚ ਉਹਦਾ એનર્ਜੀ ਇਨਪ੍ਰਿੰਟ ਆਉਂਦਾ ਹੈ। तो उसको भी इंपॉर्टेंट हाउ दैट प्लांट हैज एक्सपीरियंस्ड बाय द ह्यूमन थ्रू द प्रूविंग। ਉਹ ਪਲਾਂਟ ਨੂੰ ਐਕਸਪੀਰੀਅੰਸ ਕਿੱਦਾਂ ਕੀਤਾ ਪ੍ਰੂਵਰਸ ਨੇ, ਰਾਈਟ। ਉੱਥੋਂ ਸਾਰੀ ਦੀ ਸਾਰੀ ਪਿਕਚਰ ਚੇਂਜ ਹੋ ਜਾਂਦੀ, ਰਾਈਟ। ਸੋ ਦਿਸ ਇਜ਼ ਵਾਈ ਟੂ ਸਿਬਲਿੰਗ ਪਲਾਂਟਸ ਇਨ ਦ ਸੇਮ ਜੀਨਸ ਕੈਨ ਕ੍ਰੀਏਟ ਸੱਚ ਅ ਡਿਫਰੈਂਟ ਰੈਮੇਡੀ ਪਿਕਚਰ। ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਸਾਈਕੋ ਸਿੰਬੋਲਿਕ ਰੈਜ਼ੋਨੈਂਸ ਜਿਹੜੀ ਹੁੰਦੀ ਕਿ ਜਿਹੜਾ ਫॉर ਐਗਜ਼ਾਮਪਲ ਦੋ ਕੈਮੀਕਲ ਜਿਹੜੇ ਇੱਕੋ ਜਿਹੇ ਹੈਗੇ, ਪਰ ਕਿਉਂਕਿ ਬਾਕੀ ਦੀਆਂ ਸਾਰੀਆਂ ਚੀਜ਼ਾਂ ਚੇਂਜ ਹੈਗੀਆਂ, ਤੇ ਜਿਹੜੀ ਉਹਦੀ ਕੰਬੀਨੇਸ਼ਨ ਡਿਵੈਲਪ ਹੁੰਦੀ ਹੈ ਉਹਦੇ ਨਾਲ ਉਹਦੀ ਪਿਕਚਰ ਚੇਂਜ ਹੋ ਜਾਂਦੀ, ਉਹਦੇ ਟਾਰਗੇਟ ਏਰੀਆਸ ਚੇਂਜ ਹੋ ਜਾਂਦੇ, ਰਾਈਟ। ਸਪੈਜ਼ਮਸ ਇਗਨੀਸ਼ੀਆ ਚ ਵੀ ਆਉਂਦੇ, ਪਰ ਉਹਦੇ ਵਿੱਚ ਸਪੈਜ਼ਮ ਮੋਰ ਆਫ ਹਿਸਟੀਰੀਆ ਹੈਗੇ ਡਿਊ ਟੂ ਦ ਡਿਪੈਂਡੈਂਸ। ਪਰ ਉਹਦੇ ਵਿੱਚ ਨਕਸਵਾਮਿਕਾ ਦੇ ਸਪੈਜ਼ਮ ਇਦਾਂ ਦੇ ਨਹੀਂ ਹੈਗੇ, ਜੇ ਉਹਦਾ ਮਾਈਂਡ ਵੀ ਸਪੈਜ਼ਮੋਡਿਕ ਹੈ ਤੇ ਉਹਦੀ ਬੋਡੀ ਵੀ ਸਪੈਜ਼ਮੋਡਿਕ ਹੈ, ਮਸਲ ਤੇ ਇਫੈਕਟ ਕਰੂਗੀ, ਬਾਕੀ ਆਰਗਨ ਸਿਸਟਮ ਤੇ ਇਫੈਕਟ ਕਰੂਗੀ, ਜਿਹੜੀ ਇਗਨੀਸ਼ੀਆ ਹੁੰਦਾ ਇਫੈਕਟ ਨਹੀਂ ਕਰੂਗੀ। ਸੋ ਇਹਨੂੰ ਡਿਫਰੈਂਟ ਨੂੰ ਕਿੱਦਾਂ ਪਿਕ ਕਰ ਸਕਦੇ ਹਾਂ, ਮੈਂ ਥੋੜੀ ਜਿਹੀ ਕੋਈ ਕੋਸ਼ਿਸ਼ ਕੀਤੀ, ਤੁਸੀਂ ਇੱਕ ਵਾਰੀ ਦੇਖੋ, ਤੁਸੀਂ ਵੀ ਇਹਨੂੰ ਪੜ੍ਹ ਕੇ ਕਿ ਨਕਸਵਾਮਿਕਾ ਦੇ ਸੀਟ ਕਿੱਦਾਂ ਦੇ ਹੈਗੇ। ਤੁਸੀਂ ਤੁਹਾਡੇ ਤੋਂ ਕਿਸੇ ਨੇ ਸੀਟ ਦੇਖਿਆ ਨਕਸਵਾਮਿਕਾ ਦੇ? यस सर। कहाँ देखे हैं? यस सर, मटीरिया जो लैब है उसमें पढ़े अच्छा हुए अच्छा, हैं सर। हाँ हाँ, उसमें पड़े होंगे। ये ना ब्राउन से कलर के बहुत हार्ड होते हैं। ढक्कन खोलिए और ढक्कन खोलिए, होगा कोई गन काट लियो कदा करना हो, उसमें देखोगे ना तो वो बहुत हार्ड होते हैं। अगर फॉर एग्जाम्पल मैंने आपको बोला था कि वो डायबिटीज में यूज होते हैं, आयुर्वेदा वाले कई बार उसको यूज करते हैं पानी में डाल के, उसका की चाबी से उसमें 3-4 लाइनें मार देते हैं, बस इतनी सारी, और उसमें पड़ा रहने देते हैं 48 घंटे के लिए। फिर वो पानी बहुत कड़वा हो जाता है, वो पानी पीते हैं, वो डायबिटीज को ओवरऑल कंडीशन को कम करता है, राइट। सो वो मैंने देखा है कम करते हुए उसको, डायबिटीज को, तो आप इसको याद रख सकते हो कि ये वर्क भी कर सकती है डायबिटीज में। सो सो दे आर मेंट टू सर्वाइव हार्शनेस बाय रेजिस्टिंग द प्रेडेटर। तो उसका वे ऑफ लिविंग क्या है, वे ऑफ सर्वाइवल क्या है? आमने सामने की लड़ाई जिसे कहते हैं ना, रेजिस्टिंग द प्रेडेटर। तो इसकी जो एनर्जी क्या है? फाइटिंग है, स्ट्रगल है, रेजिस्टेंस है। पर इग्निशिया की सीड्स कैसे हैं? दे आर द लार्ज एलिमेंट शेप, बिटर बट इनक्लोज्ड इन द पल्पी फ्रूट, ए हिडन ट्राइयर, जैसे अंदर छुपा हुआ कोई चीज है, जब उसको खाएगा, अगर वो सीड अंदर चला गया तो उसको, उस एनिमल को वो डैमेज कर देगा। और देखो कितनी ब्यूटीफुल चीज है, किसी एनिमल को कोई नहीं सिखाता, पर हर एनिमल को बर्थ होते ही पता होता है क्या खाना है नहीं खाना, कौन सा प्लांट उसने खाना है और कौन सा प्लांट नहीं खाना है, उसको पहले से ही सब पता होता है, छोटे से बच्चे को ही सब कुछ पता होता है। चांस की बात होगी, गलती से अगर खा लेंगे तो उनको पॉइजनिंग होगी। सो देयर डिस्पर्सल डिपेंड ऑन द एनिमल एंड द ह्यूमन हैंडलिंग, बट फिर भी वो उसको मीठा नहीं बनाया, उसने उसको बिटर बनाया। तो उसकी एनर्जी कैसे है? इनवर्ड है एनर्जी, सप्रेशन है, कॉन्ट्रडिक्शन है, एंड हिडन ग्रीफ है। दूसरा, इग्निशिया सीड्स आर लार्ज एलिमेंट हैवी। तो ऐसे नहीं है जैसे मैंने आपको बताया कि स्कैटर हो जाएंगे लाइक बेंटलियन, ऐसे नहीं है। इंस्टेड वो पल्पी फ्रूट में हिडन है, राइट। सो और प्रोटेक्टेड, सप्रेस्ड इनसाइड द लेयर अंटिल सम एक्सटर्नल फोर्स एनिमल एंड ह्यूमन रिलीज है। जब तक वो कोई एनिमल फोर्स, ह्यूमन फोर्स उसको रिलीज ना कर दे, उतनी देर तक उनका जो इनर जो हिडन वो सीड है वो रिलीज नहीं होता, जस्ट लाइक इग्निशिया फिशन।
वो हेल्ड बैक करती है ग्रीफ को, अनलेस एंड अनटिल यू इंटरवीन वो अपनी बात नहीं कहेगी। ऐसा कोई रुब्रिक है सृष्टि? बच्चों, सृष्टि सो गई? नहीं सर। हाँ, फिर बोलती नहीं। कोमल? कोमल तो है। कोमल है ही नहीं। डॉक्टर साहब केड़ा रुब्रिक होगा? सर एक बार रिपीट करिए। ਜਿੱਦਾਂ ਕਈ ਹੁੰਦਾ ਨਾ, ਜਿੱਦਾਂ ਹੁਣ ਮੈਂ ਇਹਦੇ ਵਿੱਚ ਲਿਖਿਆ ਹੋਇਆ ਕਿ ਇਮੋਸ਼ਨਸ ਆਰ ਨਾਟ ਐਕਸਪ੍ਰੈਸਡ ਫ੍ਰੀਲੀ, ਦੇ ਆਰ ਹੈਲਡ ਇਨ, ਸਪਰੈਸਡ, ਹਿਡਨ ਬਿਹਾਈਂਡ ਦ ਲੇਅਰ, ਰਾਈਟ? ਜਿੱਦਾਂ ਉਹਦਾ ਸੀਡ ਅੰਦਰ ਉਹਦੇ ਛੁਪਿਆ ਹੋਇਆ ਹੈ, ਜਸਟ ਲਾਈਕ ਦੈਟ ਇਗਨੀਸ਼ੀਆ ਦੇ ਵਿੱਚ ਵੀ ਏਦਾਂ ਹੀ। So their seed just can't fly of its own. The ignition friction can't release grief in the natural flowing way. It gets trapped inside, waiting for some external trigger to break open. तो अपना अंदर छुपा के रखोगे वो। सर श्रीकिंग व्हेन स्पोकन टू। नहीं, श्रीकिंग व्हेन स्पोकन टू का मतलब है, श्रीकिंग कह रहे हैं ना बच्चे? हाँ जी सर। हाँ, श्रीकिंग है लाउड नॉइस। जरूरी नहीं है कि ਉੱਚੀ होगी, ਤਿੱਖੀ भी हो सकती है। कोई भी ऐसी आवाज ਜਿਹੜੀ ਤੁਹਾਨੂੰ डिस्टर्ब करे, राइट? सो ਇਹ पता होना चाहिए, इट शुड नॉट बी योर सेंसिटिविटी। अपनी सेंसिटिविटी ਨੂੰ ਧਿਆਨ ਚ ਰੱਖਦੇ ਹੋਏ ਰੂਬਰਿਕ ਯੂਜ਼ ਕਰਨਾ। ਫॉर एग्जांपल पेशेंट कोई गल कर रहा है ਤੇ ਤੁਹਾਨੂੰ ਆਵਾਜ਼ ਉਹਦੀ ਚੁੱਭ ਰਹੀ ਹੈ, then you can use this shrieking। ठीक है ना? ਤਾਂ ਕਰਕੇ ਬਹੁਤ ਇੰਪੋਰਟੈਂਟ ਹੈ। ਪਰ ਇੱਥੇ ਕੀ ਹੈ, ਉਹ ਗਰੀਫ ਐਕਸਪ੍ਰੈਸ ਨਹੀਂ ਕਰ ਰਹੀ। ਆਪਾਂ ਬਹੁਤ ਕਾਮਨਲੀ ਪੜ੍ਹਦੇ ਹਾਂ ਰੂਬਰਿਕ, ਗਰੀਫ ਸਾਇਲੈਂਟ ਐਂਡ ਗਰੀਫ ਅਨਡੈਮੋਨਸਟ੍ਰੇਟਿਵ, ਪੜ੍ਹਦੇ ਆ ਨਾ? grief silent and grief undemonstrative। undemonstrative ਦੇ ਵਿੱਚ ਨਾਲ ਸਾਈਕਲਾਮਿਨ ਪਈ ਹੋਈ ਹੈ, which is हाँ an जी सर। important keynote for that, right? ਉੱਥੇ ਹੋਊਗਾ। ਸੋ ਜਸਟ ਲਾਈਕ ਇਨ ਸੀਡ, ਇਗਨੀਸ਼ਨ ਨੂੰ ਵੀ ਟ੍ਰਿਗਰ ਚਾਹੀਦਾ ਹੁੰਦਾ ਹੈ ਬਾਰ ਵਾਸਤੇ, ਰਾਈਟ? ਦੂਸਰਾ ਕੰਟਰਡਿਕਸ਼ਨ, ਜਿੱਦਾਂ ਮੈਂ ਤੁਹਾਨੂੰ ਪਹਿਲੇ ਐਕਸਪਲੇਨ ਕੀਤਾ ਨਾ, ਕਿ ਉਹਨੂੰ ਹਿਊਮਨ ਚਾਹੀਦਾ ਹੈ। ਹਾਂ ਬੱਚੇ? सर एक्सटर्नल ट्रिगर कैसे, मतलब जब हम पेशेंट से मतलब पूछेंगे तब वो ट्रिगर होगा या हाँ, तब बिल्कुल बिल्कुल कोई सिचुएशन ट्रिगर कर सकती है। कोई सिचुएशन भी हो सकती है ਜਿਹਦੇ ਵਿੱਚ ਹਿਸਟਰੀਕਲੀ ਫਾਲ ਡਾਊਨ ਕਰ ਜਾਵੇ, ਦੈਨ ਤੁਹਾਨੂੰ ਪਤਾ ਲੱਗੂਗਾ ਕੁਛ ਹੈਗਾ। ਜਿੱਥੇ ਬ੍ਰੇਕ ਡਾਊਨ ਹੋ ਜਾਵੇ ਕਿਸੇ ਗੱਲ ਤੋਂ, ਉੱਥੋਂ ਵੀ ਹੋ ਜਾਊਗਾ। ਸੋ ਇੱਥੇ ਦੇਖੋ, ਮੇਰੀ ਗੱਲ ਇੱਕ ਸਮਝਣ ਦੀ ਕੋਸ਼ਿਸ਼ ਕਰੋ। ਵੀ ਆਰ जस्ट, हाँ बच्चे? सर यहाँ पे जैसे आपने बोला कि इग्निशिया अपने इमोशंस शो नहीं करती है, हाँ तो हाँ, हम यहाँ पे इमोशंस सप्रेस्ड भी ले सकते हैं। देखो रूब्रिक है इमोशन सप्रेस्ड। हाँ जी सर, रूब्रिक है माइंड इमोशन सप्रेस्ड। एक मिनट रुको बच्चे। कौन सी रिपर्टरी में देख रही है? सिंथेसिस में। सिंथेसिस, माइंड सप्रेस्ड। कौन सी रेमेडी है इसमें? सर इसमें इग्निशिया 2 मार्क्स में है। नहीं, और कौन कौन सी है इसमें? सर मैग्नीशियम म्यूर स्टैफ सर 3 मार्क्स में है। बाकी ट्रिटिकम वल्गैरे और हाँ, इग्निशिया मैग्नीशियम म्यूर ये 2 मार्क्स में है। और सर और 1 मार्क्स में भी बहुत सारी रेमेडीज हैं। मार्क्स में ज्यादा होंगे इसमें। आपकी किसी की रिपर्टरी में है ये रूब्रिक?
है वार्तिक? सर कंप्लीट में नहीं है, सिंथेसिस में है शायद। मैं कंप्लीट हाँ में तो नहीं है, मैंने देख लिया, सिंथेसिस में देख रहा हूँ। हाँ, कंप्लीट में तो नहीं सिंथेसिस है। में है मैंने, सर, सिंथेसिस में हाँ, है। छोटा ही ठीक है है, सर, 15-20 दवाइयाँ ही हैं टोटल। 15 दिन बेसिकली ये क्लिनिकल होगा रूब्रिक, ऐसा हाँ ब्रॉडर जी। रूब्रिक की होगा। इन जनरल कलर सप्रेस, हाँ हाँ या फिर ਜਿਹੜਾ ਕੰਪਲੀਟ ਦੇ ਵਿੱਚ ਹੈ ਕਿ ਇਫੈਕਟਸ ਆਫ ਇਮੋशंस। हाँ हाँ हो। और एक रुब्रिक और है इमोशन सप्रेस्ड कंट्रोल बाय इंटेलेक्ट, उसके रेफरेंस में एक रुब्रिक पड़ा है इंटेलेक्ट इंक्रीज इंटेलेक्चुअल, उसमें पड़ी है एक हाँ नीचे। हाँ ਉਹਦੇ ਚ ਵੀ ਪੜੀ ਹੈ। देखो ये रूब्रिक ਜਿਹੜਾ तो उन्होंने तुषार बोलिया, दोबारा तो रिपीट करें। इमोशन नीड टू बी इमोशन कंट्रोल्ड बाय इंटेलेक्ट। इमोशन इंटेलेक्ट इंक्रीज इंटेलेक्चुअल, मतलब सप्रेस कंट्रोल बाय इंटेलेक्ट, ये सब है। हाँ हाँ, ਇੱਕ ਰੂਬਰਿਕ ਐਸਾ ਵੀ ਹੈਗਾ ਜਿਹਦੇ ਵਿੱਚ ਇਮੋਸ਼ਨ ਨੀਡ ਟੂ ਬੀ ਕੰਟਰੋਲਡ ਬਾਈ ਇੰਟੈਲੈਕਟ ਹੈ। ਇਟ ਇਜ਼ ਅ ਵੈਰੀ ਵੈਰੀ ਗੁੱਡ ਰੂਬਰਿਕ, ਵੈਰੀ ਵੈਰੀ ਗੁੱਡ ਰੂਬਰਿਕ। ਸਰ ਇਹਨੂੰ ਇਮੋਸ਼ंस ਸਾਈਡ, प्रीडोमिनेटेड बाय इंटेलेक्ट। ਹਾਂ ਇਹਨੂੰ ਸਾਈਡ ਤੇ ਲਿਖ ਕੇ ਰੱਖੋ, ਰਾਈਟ। ਬਹੁਤ ਇੰਪੋਰਟੈਂਟ ਰੂਬਰਿਕ ਹੈਗਾ। ਅਰਜੈਂਟਮ ਨਾਈਟ੍ਰਿਕਮ ਇਹਦੇ ਚ ਵਾਟੇ ਕਿ ਹੈ ਅਰਜੈਂਟਮ ਨਾਈਟ੍ਰਿਕਮ? ਨਹੀਂ ਸਰ ਅਰਜੈਂਟਮ ਨਹੀਂ ਹੈ ਇਹਦੇ ਵਿੱਚ। ਕਿਹੜੀ ਹੈ ਇਹਦੇ ਚ ਬੇਟਾ? ਸਰ ਕਾਲੀਕਾਬ, ਲਾਈਕੋ, ਨੈਟਰਮਿਊਲ, ਨਾਈਟ੍ਰਿਕ ਐਸਿਡ, प्लम्बम, ट्रिटिकम, वैलेरियाना, वायोला ओडोरेटा, जिंकम। हाँ वाइलॉर्ड जिंकम, ठीक है ठीक है। पर मुझे क्यों लग रहा है अरजेंटम नाइट्रिकम होनी चाहिए। इन साइड के पा दें ग्रुप्स पा दी बच्चे। इट जी इज अ सर। वेरी वेरी गुड रूब्रिक, आप ਇਹਨੂੰ डिस्कस ਕਰਾਂਗੇ। रूब्रिक बहुत अच्छा है, यूज करना चाहिए, राइट। ਸੋ ਜਿੱਦਾਂ ਹੁਣੇ ਤੁਸੀਂ ਕਹਿ ਰਹੇ ਹੋ, ਜਿੱਦਾਂ ਰੂਬਰਿਕ ਬੇਟਾ ਰਾਣੀ ਜੀ ਤੁਸੀਂ ਕਹਿ ਰਹੇ ਹੋ ਉਹਦਾ ਸਪਰੈਸ ਵਾਲਾ, देयर इज अ रूब्रिक एलिमेंट्स फ्रॉम मॉडिफिकेशन, राइट। इट इज अ ब्रॉडर रूब्रिक, ਵੱਡਾ ਰੂਬਰਿਕ ਹੈ। एलिमेंट्स फ्रॉम मॉडिफिकेशन, ह्यूमिलिएशन, चैग्रिन, तीन वर्ड ਇਹਦੇ ਵਿੱਚ ਆਉਂਦੇ। ਯੂ ਸੀ ਦਾ ਰੂਬਰਿਕ ਸਰਚ ਕਰਕੇ ਦੇਖੋ। एलिमेंट्स फ्रॉम मॉडिफिकेशन, ह्यूमिलिएशन एंड चैग्रिन। सो गुस्सा भी है, चैग्रिन, मॉडिफिकेशन भी है। मॉडिफिकेशन का मतलब होता है आत्मदमन, इंद्रिय दमन, राइट। कल्ला वो दमन नहीं है। इट इज नॉट ओनली ए सप्रेशन ऑफ इमोशन, इट इज ए सप्रेशन ऑफ काम, क्रोध, लोभ, मोह, अहंकार। पंजा चीजा ਦਾ ਇਹਨਾਂ ਚੋਂ ਕੋਈ ਵੀ ਚੀਜ਼ ਜਦੋਂ ਰਿਪਰੈਸ ਹੁੰਦੀ ਹੈ, ਯੂ ਕੈਨ ਯੂਜ਼ ਦਿਸ ਰੂਬਰਿਕ। ਤਾਂ ਕਰਕੇ ਇਹਦੇ ਚ ਅਲੱਗ-ਅਲੱਗ ਰੈਮੇਡੀਜ਼ ਪਈਆਂ। ਇਟ ਇਜ਼ ਅ ਵੈਰੀ ਵੈਰੀ ਗੁੱਡ ਰੂਬਰਿਕ ਰਾਦਰ ਦੈਨ ਯੂਜ਼ਿੰਗ smaller rubric of separation of emotion, or ਕੋਈ ਵੀ use this broader rubric, this is very helpful। ਇਹਨੂੰ ਹਮੇਸ਼ਾ ਯੂਜ਼ ਕਰੋ ਇਸ ਰੂਬਰਿਕ ਨੂੰ। ਸੋ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਫੋਰ ਐਗਜ਼ਾਮਪਲ ਐਮਬੈਰਸਮੈਂਟ ਹੈ ਸਪੋਜ਼, ਜਾਂ ਇਨਸਲਟ ਵਾਲੀ ਚੀਜ਼ ਹੈਗੀ ਹੈ, ਸੋ ਇਨਸਲਟ ਇਜ਼ ਵੈਰੀ ਵੈਰੀ ਸਪੈਸੀਫਿਕ। ਪਰ ਇਨਸਲਟ ਆਂਦੀ ਈਗੋ ਤੋਂ ਹੀ, ਫਿਰ ਰੂਬਰਿਕ ਉੱਥੇ ਵੀ ਯੂਜ਼ ਹੋ ਸਕਦਾ। ਤਾਂ ਕਰਕੇ ਇਹਦੇ ਵਿੱਚ ਨਾਲ ਹੈਗਾ ਐਲੀਮੈਂਟਸ ਫਰੋਮ ਮੋਰਟੀਫਿਕੇਸ਼ਨ, ਹਿਊਮਿਲੀਏਸ਼ਨ ਐਂਡ ਚੈਗਰਿਨ। ਹੁਣ ਮੈਨੂੰ ਨਹੀਂ ਪਤਾ ਹੁਣ ਦੀ ਰਿਪੋਰਟਰੀਜ਼ ਨੇ ਜੇ ਕੋਈ ਚੇਂਜ ਕੀਤਾ ਹੋਵੇ। ਪਹਿਲਾਂ ਜਿਹੜਾ ਕੰਪਲੀਟ ਰਿਪੋਰਟਰੀ ਦਾ ਰੂਬਰਿਕ ਸੀਗਾ, ਦੇਖੀ ਵਾਰਤਿਕ ਇਹੀ ਹੈ ਕਿ ਚੇਂਜ ਹੋ ਗਿਆ ਹੈ। ਕੱਲਾ ਮੋਰਟੀਫਿਕੇਸ਼ਨ एलिमेंट्स फ्रॉम है, ਨਾਲ ਉਹ ਵਰਡਸ ਹਟਾਤੇ ਚੈਗਰਿਨ ਤੇ ਵੈਕਸੇਸ਼ਨ ਵਗੈरह। ਹੈਗਾ ਚੈਗਰਿਨ ਤੇ ਵੈਕਸੇਸ਼ਨ ਨਾਲ। नहीं है सर, सिर्फ मॉर्टिफिकेशन है, मॉर्टिफिकेशन एलिमेंट्स ਹਾਂ, फ्रॉम एग्रावेट। ਤੇ ਤੁਸੀਂ ਇਹ ਵਰਡਸ ਨਾਲ ਯਾਦ ਰੱਖਣੇ, ਰਾਈਟ। ਉਹਨਾਂ ਨੇ ਇਹ ਰਿਮੂਵ ਕੀਤੇ ਆ, ਪਰ ਇਹ ਵਰਡਸ ਇੰਪੋਰਟੈਂਟ ਹੈਗੇ ਕਿਉਂਕਿ ਮੋਰਟੀਫਿਕੇਸ਼ਨ ਦਾ ਮਤਲਬ ਹੀ ਹੈ ਵੇ। ਜੇ ਤੁਸੀਂ ਮੋਰਟੀਫਿਕੇਸ਼ਨ ਦੇਖੋਗੇ, ਇੰਗਲਿਸ਼ ਵਾਲੀ ਰਿਪੋਰਟਰੀ ਚ ਲਿਖਿਆ ਹੋਊਗਾ ਇਨਸਲਟ, ਰਾਈਟ। ਪਰ ਇਹ ਇਨਸਲਟ ਨਹੀਂ ਹੈ। ਹਿੰਦੀ ਵਾਲੀ ਜਿਹੜੀ ਰਿਪੋਰਟਰੀ ਉਹਦੇ ਵਿੱਚ ਬਿਲਕੁਲ ਸਹੀ ਲਿਖਿਆ ਹੋਇਆ, that is ਆਤਮਦਮਨ, ਇੰਦਰੀय ਦਮਨ, ਰਾਈਟ। ਤਾਂ ਕਰਕੇ ਇਹਦੇ ਵਿੱਚ ਕਿੰਨੀ ਸਾਰੀ ਰੈਮੇਡੀਜ਼ ਜਿਸ ਚ ਇਨਸਲਟ ਵਾਲਾ ਕੋਈ ਇਸ਼ੂ ਹੀ ਨਹੀਂ ਹੈ, ਉਹਦੇ ਚ ਇਸ਼ੂ ਹੀ ਕੋਈ ਹੋਰ ਹੈ। ਸੋ ਉਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਪੰਜਾਂ ਦੀ ਪੰਜਾਂ ਚੀਜ਼ਾਂ ਜਦੋਂ ਆਉਂਦੀਆਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ, ਰਾਈਟ। ਸੋ ਕੰਟਰਡਿਕਸ਼ਨ ਕੀ ਹੈ ਇਸ ਪਲਾਂਟ ਦੇ ਵਿੱਚ ਆਪਣੇ ਆਪ ਹੀ, ਕਿ ਚਾਹੀਦਾ ਇਹਨੂੰ ਕੋਈ ਨਾ ਕੋਈ ਬੰਦਾ ਜਿਹੜਾ ਕਿ ਉਹ ਸੀਡ ਲੈ ਕੇ ਜਾਵੇ, ਪਰ ਸੀਡ ਆਪਣੇ ਆਪ ਚ ਪੋਇਜ਼ਨਸ ਹੈ, ਰਾਈਟ। ਸੋ ਦਿਸ ਇਜ਼ ਦ ਇਗਨੀਸ਼ੀਆ ਕੰਟਰਡਿਕਸ਼ਨ, ਅਪੀਅਰ ਸਵੀਟ, ਯੀਲਡਿੰਗ ਐਂਡ ਮਾਈਲਡ ਆਊਟਸਾਈਡ ਦੀ ਜਿਹੜੀ ਉਹਦੀ ਲੇਅਰ ਹੈਗੀ, बट इनसाइड की है, इनसाइड इज बिटर, टॉक्सिक, टेंस, होल्डिंग, अनस्पोकन सफरिंग। सो ਇੱਥੇ ਨਾ ਇੱਕ ਚੀਜ਼ ਹੈ ਜਿਹੜੀ ਬਹੁਤ ਇੰਪੋਰਟੈਂਟ ਹੈ। ਸੋ ਜਦੋਂ ਵੀ ਦੋ ਬੰਦੇ ਤੁਸੀਂ ਕਦੀ ਵੀ ਦੇਖਿਓ ਕੋਈ ਰਿਲੇਸ਼ਨਸ਼ਿਪ ਚਾਹੁੰਦੇ ਆ, ਦੋ ਪਰਸਨ ਰਿਲੇਸ਼ਨਸ਼ਿਪ ਚਾਹੁੰਦੇ ਆ, ਉਹਨਾਂ ਨੂੰ ਕੌਣ ਨੇੜੇ ਲੈ ਕੇ ਆ ਰਿਹਾ, ਦੈਟ ਇਜ਼ ਵੈਰੀ ਇੰਪੋਰਟੈਂਟ।
ਹਮੇਸ਼ਾ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਗੁੱਸੇ 'ਚ ਹੋ ਜਾਂ ਬਹੁਤ ਖੁਸ਼ ਹੋ ਜਾਂ ਬਹੁਤ ਦਰਦ 'ਚ ਹੋ, ਤੁਸੀਂ ਡਿਸੀਜਨ ਨਾ ਲਓ ਉਸ ਵੇਲੇ, ਰਾਈਟ। ਸੋ ਮੈਨੀ ਟਾਈਮਸ ਦੋ ਪਰਸਨ ਜਦੋਂ ਨਾਲ ਆਉਂਦੇ ਹਨ, ਉਹ ਆਊਟ ਆਫ ਪੇਨ ਆਉਂਦੇ ਨਾਲ। ਜਿੱਦਾਂ ਫॉर एग्जांपल ਇਗਨੀਸ਼ੀਆ ਬਹੁਤ ਪੇਨਫੁਲ ਕੰਡੀਸ਼ਨ 'ਚ ਹੈ ਐਂਡ ਸਮਬਡੀ ਕੇਮ ਐਂਡ ਗਿਵ ਹਰ ਅ ਸ਼ੋਲਡਰ, ਉਹਨੂੰ ਉਹਦਾ ਪੂਰਾ ਸਾਥ ਦਿੱਤਾ, ਉਹਨੇ ਸਭ ਕੁਝ ਕੀਤਾ, ਉਹਨੂੰ ਸਾਰੀ ਇਨਵਾਇਰਨਮੈਂਟ ਦਿੱਤਾ, ਸਭ ਕੁਝ ਦਿੱਤਾ, ਤੇ ਉਹ ਕੀ ਫੀਲ ਕਰੂਗਾ ਕਿ ਨਾਓ ਥਿੰਗਸ ਵਿਲ ਬੀ ਗੁੱਡ। ਇਹ ਕਦੇ ਵੀ ਨਹੀਂ ਹੋਊਗਾ, ਇਹ ਕਦੇ ਵੀ ਨਹੀਂ ਹੋਊਗਾ। ਇਹਨੂੰ ਯਾਦ ਰੱਖਿਓ ਇਸ ਚੀਜ਼ ਨੂੰ, ਲਾਈਫ ਉਦਾਂ ਚੱਲਦੀ ਨਹੀਂ ਹੈ ਜਿੱਦਾਂ ਆਪਾਂ ਸੋਚਦੇ ਹਾਂ, ਚੀਜ਼ਾਂ ਬਿਲਕੁਲ ਡਿਫਰੈਂਟ ਹੈਗੀਆਂ। ਸੋ देयर इज वन लाइन विच आई लव ए लॉट बेसिकली कि बीज का अंतिम चरण भी बीज ही है, फल नहीं है। ਜਿਹੜੇ ਰਿਲੇਸ਼ਨ ਦੇ ਵਿੱਚ ਜਿਹੜੀ ਤੁਸੀਂ ਚੀਜ਼ ਪਾ ਦਿੱਤੀ ਹੈ, ਜੇ ਸੀਡ ਤੁਹਾਨੂੰ ਐਂਡ 'ਚ ਉਹੀ ਮਿਲਣਾ। ਸੋ ਜਦੋਂ ਇਹ ਰਿਲੇਸ਼ਨਸ਼ਿਪ ਸਟਾਰਟ ਹੁੰਦੇ ਆ, ਇਗਨੀਸ਼ੀਆ ਵਾਲੇ ਰਿਲੇਸ਼ਨਸ਼ਿਪ ਸਟਾਰਟ ਹੁੰਦੇ ਜਾਂ ਨੈਟਰਮਿਊਰ ਵਾਲੇ ਰਿਲੇਸ਼ਨਸ਼ਿਪ ਸਟਾਰਟ ਹੁੰਦੇ ਆ, ਉਹ ਸਟਾਰਟ ਹੀ ਦਰਦ ਦੇ ਨਾਲ ਹੁੰਦੇ ਆ, ਪੇਨ। ਸੋ ਸੋਚ ਕੇ ਦੇਖੋ ਉਹਨਾਂ ਨੂੰ ਜੋੜਿਆ ਕਿੰਨੇ ਹੈ, ਦਰਦ ਨੇ ਜੋੜਿਆ, ਪੇਨ ਨੇ ਜੋੜਿਆ, ਤੇ ਪੇਨ ਹੀ ਨੇ ਉਹਦੇ ਕਾਰਨ ਉਹ ਜਿਹੜਾ ਪਰਸਨ ਹੈ ਉਹਦੇ ਨਾਲ ਹੋਲਡ ਕਰਕੇ ਰੱਖਿਆ ਹੈ। ਸੋ ਦ ਸਬਕੌਂਸ਼ੀਅਸ ਮਾਈਂਡ ਇਜ਼ ਵਾਇਰਡ ਲਾਈਕ ਦਿਸ ਕਿ ਆਈ ਵਿਲ ਗੈਟ ਦਿਸ ਲਵ ਓਨਲੀ ਇਫ ਆਈ ਐਮ ਇਨ ਪੇਨ। ਤੇ ਉਹਦਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਹਨੂੰ ਕਦੀ ਖੁਸ਼ ਨਹੀਂ ਰਹਿਣ ਦਊਗਾ, ਉਹ ਕਦੀ ਹੈਪੀ ਨਹੀਂ ਰਹੂਗੀ, ਹੈਲ ਹੋ ਜਾਂਦੀ ਹੈ ਲਾਈਫ ਉਸ ਸਿਚੁਏਸ਼ਨ ਦੇ। ਸੋ ਕਦੀ ਵੀ ਇਫ ਸਮਬਡੀ ਇਜ਼ ਪੇਨ, ਸਮਬਡੀ ਇਨ ਪੇਨ, ਇਟ ਕੈਨ ਬੀ ਅ ਮੇਲ ਔਰ ਅ ਫੀਮੇਲ, ਕੋਈ ਵੀ ਜਦੋਂ ਕੋਈ ਟਰਾਮਾ 'ਚ ਹੈ, ਕੋਸ਼ਿਸ਼ ਕਰੋ ਉਹਨੂੰ ਸ਼ੋਲਡਰ ਨਾ ਦਿਓ ਉਸ ਵੇਲੇ, ਕਦੀ ਸ਼ੋਲਡਰ ਨਾ ਦਿਓ ਉਸ ਵੇਲੇ, ਰਾਈਟ। ਸੋ ਹਮੇਸ਼ਾ ਜੇ ਯੂ ਵਾਂਟ ਟੂ ਗੈਟ ਇਨਟੂ ਦ ਰਿਲੇਸ਼ਨ, ਇਟ ਸ਼ੁੱਡ ਬੀ ਆਊਟਸਾਈਡ ਆਫ दैट ਕਿ ਪਿਆਰ ਹੋਵੇ, ਅੰਡਰਸਟੈਂਡਿੰਗ ਹੋਵੇ, ਉੱਥੋਂ ਸਟਾਰਟ ਹੋਵੇ। ਇਟਸ ਨਾਟ, ਸ਼ੁੱਡ ਨਾਟ ਬੀ ਫਰਮ दैट। ਉਹ ਕਦੀ ਵੀ ਸਕਸੈਸਫੁਲ ਨਹੀਂ ਹੁੰਦੇ। ਸੋ ਇਹ ਉਹਦੀ ਚੀਜ਼ ਹੈਗੀ, ਇਹਦਾ ਇਨਸਾਈਡ ਇਹ ਬਿਟਰਨੈਸ ਹੈ ਉਹਦੇ ਅੰਦਰ ਦੀ, ਰਾਈਟ, ਜੋ ਮੈਂ ਫੀਲ ਕੀਤੀ ਹੈ ਜਦੋਂ ਇਗਨੀਸ਼ੀਆ ਦੇ ਕੁਝ ਕੇਸਿਸ ਮੈਂ ਦੇਖਣਾ ਕਿ ਉਹਦੇ ਅੰਦਰ ਹੀ ਪੇਨ ਹੈ। ਉਹਦਾ ਹਸਬੰਡ ਕਈ ਵਾਰੀ ਕਹਿੰਦਾ ਹੁੰਦਾ ਕਿ ਯਾਰ ਮੈਂ ਸਭ ਕੁਝ ਕਰਦਾ ਪਿਆ ਜੀ, ਰਾਈਟ, ਫਿਰ ਵੀ ਖੁਸ਼ ਨਹੀਂ ਹੈਗੀ, ਖੁਸ਼ ਨਹੀਂ ਹੋ ਸਕਦੀ, ਕਿਉਂਕਿ ਉਹ ਹਸਬੰਡ ਉਹਨੂੰ ਮਿਲਿਆ ਹੀ ਦਰਦ ਦੇ ਨਾਲ ਹੈ। बीज का अंतिम चरण भी बीज ही है, फल नहीं है। फल है ਉਹਦੀ ਕੇਅਰ ਸਾਰਾ ਕੁਝ, ਪਰ ਬੀਜ ਕੀ ਹੈ, ਦਰਦ। ਐਂਡ ਚ ਬੀਜ ਹੀ ਰਹਿਣਾ ਹੈ। ਤਾਂ ਕਰਕੇ ਮੈਂ ਤੁਹਾਨੂੰ ਪ੍ਰੈਕਟਿਸ 'ਚ ਵੀ ਇਹ ਕਹਿਣਾ ਹੁੰਦਾ ਕਿ ਪ੍ਰੈਕਟਿਸ 'ਚ ਵੀ ਬੀਜ ਪੈਸੇ ਦਾ ਨਾ ਪਾਓ, ਬੀਜ ਆਪਣੇ ਪੈਸ਼ਨ ਦਾ ਪਾਓ, ਬੀਜ ਆਪਣੀ ਐਫਰਟ ਦਾ ਪਾਓ। ਤੁਹਾਨੂੰ ਐਂਡ ਦੇ ਵਿੱਚ ਸਾਰਾ ਕੁਝ ਉਹੀ ਮਿਲੂਗਾ, ਪੈਸਾ ਆਪਣੇ ਆਪ ਆ ਜਾਊਗਾ। डोंट थिंक अबाउट इन द सेंस ऑफ मनी, जस्ट थिंक अबाउट कि हाँ आई वांट टू हेल्प दिस पर्सन। पूरी अपनी जान लाओ कि ਇਹ ਜਿਹੜਾ ਮੇਰੇ ਸਾਹਮਣੇ ਬੰਦਾ ਬੈਠਾ ਹੈ ਮੇਰੀ ਹੈਲਪ ਕਰਨਾ ਚਾਹੁੰਦਾ। ਬੀਜ ਉਹ ਪਾਓ, तो जो ਤੁਸੀਂ ਬੀਜ ਪਾਓਗੇ ਤੁਹਾਨੂੰ ਫਰੂਟ ਉਹੀ ਮਿਲੂਗਾ। ਇਹਨੂੰ ਯਾਦ ਰੱਖਿਓ ਇਸ ਗੱਲ ਨੂੰ। So just like the fruit give the player but hide poison, the ignitia patient may smile while grieving, laugh while crying, and say yes while feeling no. पर अंदर ਉਹਦੇ ਉਹ ਸਾਰਾ ਦਾ ਸਾਰਾ ਛੁਪਿਆ ਹੈ, right? देखो suppression in the botanical terms ਦੇ ਵਿੱਚ ਵੀ ਦੇਖੋ ਕੀ ਹੈਗੀ। The seed itself is packed with the toxin alkaloid. Seed ਬਣਿਆ ਕਿਹਦੇ ਵਾਸਤੇ ਹੋਇਆ, disperse ਕਰਨ ਵਾਸਤੇ, ਪਰ ਭਰਿਆ ਕੀ ਹੋਇਆ ਉਹਦੇ ਵਿੱਚ, toxin. So I need you, an animal, to disperse me. But if you try to eat me, I will poison you. Botanically भी there is a suppression in that. So suppression was a defensive mechanism. So emotions are stored up tightly, and any attempt to digest them internally lead to convulsion, spasm, and contradiction. ਜੇ ਤੁਸੀਂ ਇਹਨੂੰ ਸਮਝਾਣਗੇ, ਜੇ ਤੁਸੀਂ ਇਹਨੂੰ ਕਹਿਣਗੇ। ਥੋੜੇ ਦਿਨ ਪਹਿਲਾਂ ਹੀ there is one teacher in one school, ਤੇ ਜਦੋਂ ਉਹਨੂੰ ਲੱਗਿਆ ਕਿ ਇਹ ਸਿਚੁਏਸ਼ਨ ਮੇਰੇ ਕੋਲੋਂ ਹੈਂਡਲ ਨਹੀਂ ਹੁੰਦੀ ਪਈ ਇਸ ਵਾਲੀ, ਕਿ ਮੈਨੂੰ ਕਿੰਨਾ ਬੜੀ ਪੀਪੀਟੀ ਤੇ ਉਹ ਸਾਰਾ ਕੁਝ ਦਿੱਤਾ, ਸ਼ੀ ਫੇਂਟਡ ਓਵਰ देयर, ਹਾਈ ਮੇਰੇ ਦਰਦ ਹੋ ਰਹੀ ਹੈ, ਐਂਡ ਕਦੀ ਹੱਸਣਾ ਕਦੀ ਰੋਣਾ, ਇਹ ਸਾਰਾ ਕੁਝ ਸਟਾਰਟ ਹੋ ਗਿਆ। ਸੋ ਇਹਦਾ ਹਿਸਟੀਰੀਕਲ ਰਿਐਕਸ਼ਨ ਹੈ, ਉਹ ਸਾਰਾ ਕੁਝ ਆ ਜਾਊਗਾ। ਐਂਡ ਜਸਟ ਲਾਈਕ ਬੋਡੀ ਅੰਡਰ ਇਗਨੀਸ਼ੀਆ, ਉਦਾਂ ਹੀ ਉਹਦੇ ਚ ਸਾਈਨ, ਲੰਪ ਇਨ ਦਾ ਥਰੋਟ, ਜਾਂਦੇ ਆ, ਉਹ ਨਕਸ ਸਵਾਮਿਕਾ ਵਕਨ ਮਸਲਸ ਤੇ ਉਹਦੇ ਚ ਨਹੀਂ ਆਉਗੇ। ਇਵਨ ਦਾ ਵੇਗਸ ਨਰਵ ਦੀ ਸਟਿਮੂਲੇਸ਼ਨ ਹੋ ਜੂਗੀ, ਇੱਥੇ ਸਪੈਜ਼ਮ ਆ ਜਾਊਗਾ, ਸਾਈਨ ਆਣੀ ਸ਼ੁਰੂ ਹੋ ਜੂਗੀ, ਇੱਥੇ ਸਪਾਜ਼ਮ ਤੋਂ ਲੰਪ ਫੀਲ ਹੋਣਾ ਸ਼ੁਰੂ ਹੋ ਜਾਊਗਾ, ਟਵਿਚਿੰਗਸ ਹੋਣੀਆਂ ਸ਼ੁਰੂ ਹੋ ਜਾਊਗੀਆਂ, ਐਂਡ ਸਪਾਜ਼ਮੋਡਿਕ ਕੰਟਰੈਕਸ਼ਨ, ਜਿਹਦੇ ਕਾਰਨ ਉਹਦਾ ਮੂੰਹ ਹੱਥ ਵਿੰਗੇ ਹੋ ਸਕਦੇ ਆ ਉਸ ਚੀਜ਼ ਦੇ ਵਿੱਚ, ਰਾਈਟ। ਸੋ ਇਨ ਸਿੰਪਲ ਵਰਡਸ ਤੁਸੀਂ ਇਹ ਕਹਿ ਸਕਦੇ ਹੋ, ਹਾਈਡ ਇਨਸਾਈਡ ਅ ਪਲਪ, ਆਈ ਇਨਵਾਈਟ ਯੂ ਵਿਦ ਦ ਸਵੀਟਨੈਸ, ਬਟ ਇਫ ਯੂ ਟੱਚ ਮਾਈ ਦ ਰੀਅਲ ਕੋਰ ਆਈ ਵਿਲ ਹਰਟ ਯੂ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ। ऑन द अदर हैंड नक्सवामिका सीड किदा है, आई एम हार्ड, वो बाहरों ही हार्ड है, वो स्वीटनेस शुरू तो शो ही नहीं कर रहा मैं स्वीट हैगा, वो हार्ड ही है, यही ਉਹਦਾ सर्वाइवल मैकेनिज्म, राइट। ड्राइनेस ही ਉਹਦਾ सर्वाइवल मैकेनिज्म। So I am hard, bitter, exposed, I survive by fighting, by resisting everything that comes,
ਤਾਂ ਕਰਕੇ ਇਹਦੇ ਵਿੱਚ ਐਂਗਰ ਇੰਟੋਲਰੈਂਸ ਐਂਡ ਸਟਰਗਲ ਆਉਂਦਾ, ਉਹਦੇ ਵਿੱਚ ਸਪਰੈਸ਼ਨ ਐਂਡ ਕੰਟਰਡਿਕਸ਼ਨ ਇਨਰ ਗ੍ਰੀਫ ਆਉਂਦਾ। both contain strychnium, both causes tension, spasm, convulsion, but both forms of the life strategy of the seed shape ਸਾਰੀ ਅਲੱਗ ਹੈ। ਤਾਂ ਕਰਕੇ ਸਾਰੀ ਦੀ ਸਾਰੀ ਪਿਕਚਰ ਹੀ ਅਲੱਗ ਹੈ। ਤਾਂ ਤੁਸੀਂ ਇਹਨੂੰ ਏਦਾਂ ਸੋਚ ਸਕਦੇ ਹੋ, ਜੋ ਮੈਨੂੰ ਰੈਜ਼ੋਨੈਂਸ ਲੱਗੀ, ਤੁਸੀਂ ਇੱਕ ਵਾਰੀ ਸੋਚ ਕੇ ਦੇਖਿਓ, ਤੁਸੀਂ ਏਦਾਂ ਕਹਿ ਸਕਦੇ ਹੋ ਕੈਮਿਸਟਰੀ ਇਜ਼ ਲਾਈਕ ਐਨ ਇੰਕ। ਜਿੱਦਾਂ ਪੈਨ ਦੀ ਸ਼ਾਈ ਹੁੰਦੀ ਹੈ ਨਾ, ਉਹ ਕੈਮਿਸਟਰੀ ਹੈ, ਪਰ ਜਿਹੜੀ ਹੈਂਡ ਰਾਈਟਿੰਗ ਹੈ, ਰਾਈਟ, that is the other things together ਜਿਹੜੀਆਂ ਆਪਾਂ ਹੁਣ ਸਟੱਡੀ ਕੀਤੀਆਂ, seed, survival mechanism. So plants morphology, ecology, symbolic story are the handwriting, right? So two plants may use the same ink like strychnium, but the handwriting, the expression is entirely different. ਤੁਸੀਂ ਇਹਨੂੰ ਏਦਾਂ ਲੈ ਕੇ ਚੱਲੋ, right? So ਜਿਹੜੇ chemical compounds ਹੈਗੇ, they are like ink, ਉਹ same ਹੋ ਸਕਦੇ, but handwriting ਦਾ ਫਰਕ ਹੈ ਕਿ ਉਹ handwriting ਕਿੱਥੋਂ ਆ ਰਹੀ ਹੈ, ਉਹਦੀ ਮੋਰਫੋਲੋਜੀ ਤੋਂ, ਇਕੋਲੋਜੀ ਤੋਂ, ਉਹਦੀ ਸਿੰਬੋਲਿਕ ਤੋਂ, ਉਹਦੀ ਸਟੋਰੀ ਤੋਂ। ਨੈਕਸਮੋਮਿਕਾ ਦੀ ਸਟੋਰੀ ਦੇ ਨਾਲ ਕੋਈ ਨਹੀਂ ਜੁੜਿਆ ਹੋਇਆ ਕਿ ਕੋਈ ਸਾਧੂ ਜਿਹੜਾ ਇੱਕਦਮ ਸ਼ਿਫਟ ਹੋਇਆ, ਉਹਦੀ ਸਟੋਰੀ ਨਾਲ ਜੁੜਿਆ ਹੋਵੇ। ਨੈਕਸਮੋਮਿਕਾ ਨਹੀਂ ਜੁੜਿਆ ਹੋਇਆ, ਇਗਨੀਸ਼ੀਆ ਦੇ ਨਾਲ ਜੁੜਿਆ ਹੈ। ਯੂ ਕੈਨ ਸੇ ਇਟ ਕੰਟਰਡਿਕਸ਼ਨ, ਤੁਸੀਂ ਕਹਿ ਸਕਦੇ ਹੋ ਕੰਟਰਡਿਕਸ਼ਨ ਕਹਿੰਦਾ ਪਿਆ, ਯੂ ਕੈਨ ਸੇ ਐਜ਼ ਅ ਕੋਇਨਸੀਡੈਂਸ, ਕਹਿ ਸਕਦੇ ਹੋ, ਕੋਈ ਪ੍ਰੋਬਲਮ ਨਹੀਂ, ਇਟ ਇਜ਼ ਅ ਕੋਇਨਸੀਡੈਂਸ, but still a good coincidence to make you remember what is the state of ignitia. So that is very important. ਸੋ ਨੈਕਸਟ, ਮਾਡਰਨ ਮੈਡੀਸਨ ਦੇ ਵਿੱਚ ਇਗਨੀਸ਼ੀਆ ਕਿੱਥੇ ਯੂਜ਼ ਹੁੰਦੀ ਹੈ? ਸ਼ਾਇਦ ਤੁਹਾਨੂੰ ਪਤਾ ਨਹੀਂ ਹੈ ਕਿ ਇਗਨੀਸ਼ੀਆ ਪਹਿਲਾਂ ਹੁਣ ਕਮਰਸ਼ਲੀ ਯੂਜ਼ ਹੋਣੀ ਬੰਦ ਹੋ ਗਈ ਹੈ, ਪਰ ਡੌਗ ਨੂੰ ਪੋਇਜ਼ਨ ਕਰਨ ਲਈ ਜਾਂ ਰੋਡੈਂਟਸ ਨੂੰ ਪੋਇਜ਼ਨ ਕਰਨ ਲਈ ਅੱਜ ਵੀ ਇਹ ਯੂਜ਼ ਹੁੰਦੀ ਹੈ। ਪਰ ਹੁਣ ਡੌਗਸ ਵਾਸਤੇ ਵੀ ਜਾਂ ਐਨੀਮਲਸ ਵਾਸਤੇ ਵੀ ਇਹ ਬੰਦ ਹੋ ਗਈ ਹੈ, ਕਿਉਂਕਿ ਇਟ ਇਜ਼ ਅ ਵੈਰੀ ਪੇਨਫੁਲ ਵੇ ਆਫ ਕਿਲਿੰਗ। ਤਾਂ ਨਾਰਮਲੀ ਹੁਣ ਇੰਜੈਕਸ਼ਨਸ ਆਉਂਦੇ ਆ ਪੋਇਜ਼ਨਿੰਗ ਦੇ, ਜੇ ਲਗਾਣੇ ਹੁੰਦੇ ਆ ਤਾਂ ਉਹ ਲਗਾਉਂਦੇ ਆ ਜਦੋਂ ਕਿਸੇ ਨੂੰ, ਐਨੀਮਲ ਨੂੰ ਕੈਂਸਰ ਹੋ ਜਾਂਦਾ, ਜਦੋਂ ਜਾਣ ਲੱਗਦਾ ਕਿ ਇਹਨੂੰ ਸਰਵਾਈਵ ਨਹੀਂ ਕਰ ਸਕਦੇ, ਤੇ ਜਿਹੜਾ ਉਹਨਾਂ ਦਾ ਓਨਰ ਹੈਗਾ ਉਹਦੇ ਨਾਲ ਗੱਲ ਕਰਕੇ ਓਕੇ ਲੈ ਕੇ ਉਹ ਲਗਾ ਦਿੰਦੇ। ਆਪਣੀ ਕੋਈ ਮੈਡੀਸਨ ਹੈ ਜਿਹੜੀ ਆਪਾਂ ਦਿੰਦੇ ਆ ਡੈਥ ਵਾਸਤੇ? आर्सेनिक। ਆਰਸੈਨਿਕ, ਹੋਰ? Tarantula cubensis, phosphorus. Yes, Dr. Phosphorus. Tarantula cubensis is also a very good remedy. Death pain ਨੂੰ reduce ਕਰਦੀ ਹੈ, right? ਏਦਾਂ ਦੀਆਂ ਦਵਾਈਆਂ ਵੀ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਫੋਰ ਐਗਜ਼ਾਮਪਲ, ਤੁਹਾਡੇ ਕੋਲ ਪੇਸ਼ੈਂਟ ਆ ਜਾਏ ਜਿਹਨੂੰ ਬੋਨ ਕੈਂਸਰ ਹੈ, ਰਾਈਟ, ਐਂਡ ਹੀ ਵਾਜ਼ ਇਨ ਅ ਅਕਿਊਟ ਪੇਨਫੁਲ ਕੰਡੀਸ਼ਨ, ਅੱਤ ਦੀ ਦਰਦ, ਤੁਸੀਂ ਉਹਦੀ ਪੇਨ ਰਿਲੀਫ ਕਰਨੀ ਹੈ, ਉਹਨੂੰ ਠੀਕ ਨਾ ਕਰਨ ਬਹਿ ਜਾਓ, ਪਹਿਲਾਂ ਉਹਦੀ ਦਰਦ ਘਟਾ ਦਿਓ। ਜੇ ਤੁਸੀਂ ਉਹਦੀ ਦਰਦ ਵੀ ਘਟਾ ਦਿੱਤੀ, ਯੂ ਵਿਲ ਗਿਵ ਸਮਥਿੰਗ ਟੂ ਹਿਮ, ਉਸ ਤੋਂ ਬਾਅਦ ਉਹਦੇ ਤੇ ਵਰਕ ਕਰ ਲਿਓ। ਕਿਹੜੀ ਮੈਡੀਸਨ ਦੇ ਸਕਦੇ ਹੋ ਉਹਦੇ ਵਾਸਤੇ? यूफोर्बियम। यूफोर्बिनम। तो इतने यूफोर्बिनम दे सकते हो, किधे से दोगे? 30। कोशिश करो 6। बेस्ट है मदर टिंचर, क्योंकि ਤੁਸੀਂ ਇੱਥੇ ਕੀ ਦੇ ਰਹੇ ਹੋ? ਪੈਲੀਏਟਿਵ, ਠੀਕ ਹੈ ਨਾ? तो you can give 6, कोई इशू नहीं है, तो 6 भी ਸਕਦੇ ਹੋ, ਪਰ ਤੁਸੀਂ ਮਦਰ ਟਿੰਚਰ ਵੀ ਦੇ ਸਕਦੇ ਹੋ, तो गुड ऑप्शन होगी। तो इट इज अ वेरी वेरी गुड रेमेडी, ਤੁਸੀਂ ਇਹਨੂੰ ਲਿਖ ਕੇ ਰੱਖੋ, यूफोर्बिनम। It is specifically for the bone cancers, right? Other remedy ਕਿਹੜੀ ਸੀਗੀ? ਗਲੋਨਾਈਨ। ਸੋ ਇੱਥੇ ਹੁਣੇ ਬੰਦ ਹੋ ਗਈ ਹੋਈ ਹੈ, ਮਾਡਰਨ ਮੈਡੀਸਿਨ ਚ ਯੂਜ਼ ਨਹੀਂ ਹੁੰਦੀ, ਆਪਾਂ ਯੂਜ਼ ਕਰਦੇ ਹਾਂ, ਆਯੁਰਵੇਦਾ ਯੂਜ਼ ਕਰਦਾ ਇਹਨੂੰ ਕਿਸੇ ਚੀਜ਼ਾਂ ਦੇ ਵਿੱਚ, ਰਾਈਟ। ਪਰ ਪੁਰਾਣੇ ਟਾਈਮ ਚ ਪਤਾ ਕਿੱਥੇ ਯੂਜ਼ ਹੁੰਦੀ ਸੀ? ਲੋ ਡੋਜ਼ ਸਟ੍ਰਿਚਨੀਅਮ ਵਾਜ਼ ਏ ਸਰਕੂਲੇਟਰੀ ਐਂਡ ਦਾ ਰੈਸਪੀਰੇਟਰੀ ਸਟਿਮੂਲੈਂਟ ਇਨ ਅਰਜੈਂਟ ਕੇਅਰ। ਮੇਰੇ ਦਾਦਾ ਜੀ ਹੈ, ਮੇਰੇ ਦਾਦਾ ਜੀ ਸੀਗੇ, ਤੋ ਹੀ ਵਾਜ਼ ਏ ਵਾਰ ਵੈਟਰਨ, ਉਹ ਆਰਮੀ ਚ ਸੀਗੇ, ਤੇ ਉਹਨਾਂ ਨੇ ਫਸਟ ਵਰਲਡ ਵਾਰ ਲੜੀ ਸੀਗੀ ਇਜ਼ਰਾਈਲ ਦੇ ਬਾਰਡਰ ਤੇ, ਰਾਈਟ। ਜਦੋਂ ਇਜ਼ਰਾਈਲ ਦਾ ਬਾਰਡਰ ਸੀਗਾ ਉੱਥੇ ਉਹਨਾਂ ਨੇ ਲੜਾਈ ਲੜੀ ਸੀ, ਤੇ ਉਹਨਾਂ ਨੂੰ 3 ਸ਼ਾਟਸ ਲੱਗੇ ਸੀ, 3 ਗੋਲੀਆਂ ਲੱਗੀਆਂ ਸੀ ਉਹਨਾਂ ਨੂੰ। 2 ਗੋਲੀਆਂ ਰਿਮੂਵ ਕਰ ਦਿੱਤੀਆਂ ਗਈਆਂ ਸੀਗੀਆਂ, ਪਰ ਇੱਕ ਗੋਲੀ ਹਾਰਟ ਦੇ ਬਿਲਕੁਲ ਨਾਲ ਸੀ, ਤੇ ਉਹ ਰਿਮੂਵ ਨਹੀਂ ਹੋ ਸਕਦੀ ਸੀ, ਪਰ ਉਹ ਹਾਰਟ ਨੂੰ ਫੰਕਸ਼ਨ ਨਹੀਂ ਕਰਨ ਦੇ ਰਹੀ ਸੀ ਪ੍ਰੋਪਰਲੀ। ਤੇ ਉਹਦੇ ਵਿੱਚ ਜਿਹੜੇ ਡਾਕਟਰ ਸੀਗੇ ਉਹ ਇਹਨਾਂ ਦੇ ਡਿਲੇਮਾ ਸੀਗੇ ਕਿ ਜੇ ਆਪਾਂ ਰਿਮੂਵ ਕਰਦੇ ਹਾਂ, ਦੇਰ ਇਜ਼ ਐਵਰੀ ਚਾਂਸ ਕਿ ਇਹ ਡੈਮੇਜ ਹੋ ਜਾਏ ਉਲਟਾ, ਤੇ ਆਪਾਂ ਇਹਨੂੰ ਕੱਢ ਨਹੀਂ ਸਕਦੇ, ਰਾਈਟ। ਸੋ ਹਾਰਟ ਨੂੰ ਵਰਕ ਕਰਵਾਉਣ ਵਾਸਤੇ ਡੇਲੀ ਰੂਟੀਨ ਦੇ ਵਿੱਚ ਉਹ ਡੇਲੀ ਸਟਿਚਨੀਆਂ ਦੀ ਡੋਜ਼ ਲੈਂਦੇ ਸੀ, ਡੇਲੀ। ਮਤਲਬ ਜਿੱਦਾਂ ਜਿਹੜੀ ਮਾਚਿਸ ਦੀ ਤੀਲੀ ਹੁੰਦੀ ਹੈ ਨਾ,
ਉਹਦੇ ਜਿੰਨੀ ਜਿਹੜੀ ਸਟਿਚ ਨਹੀਂ ਓਵਰਆਲ ਉਹਨਾਂ ਦੀ ਡਾਈਟ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ, ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਜੀ ਉਹਨਾਂ ਦੀ ਡਾਈਟ ਸੀ, ਕਿਉਂਕਿ ਉਹ ਡਾਕਟਰ ਵੀ ਸੀਗੇ ਆਰਮੀ ਦੇ ਵਿੱਚ ਤੇ ਨਾਲੇ ਉਹ ਸੀਗੇ ਗਵਰਨਮੈਂਟ ਜੌਬ ਕਰਦੇ, तो 60 ਕਿਲੋਮੀਟਰ ਸਾਈਕਲ ਉਹਨਾਂ ਨੇ ਰੋਜ਼ ਚਲਾਉਣਾ ਹੁੰਦਾ ਸੀ। ਪਰ ਉਹ ਸਟਿਚਨੀ ਦੀ ਡੋਜ਼ ਜੇ ਨਹੀਂ ਲੈਂਦੇ ਸੀ ਤਾਂ ਉਹਨਾਂ ਦੀ ਹਾਰਟ ਦੀ ਫੰਕਸ਼ਨਿੰਗ ਘਟ ਜਾਂਦੀ ਸੀ ਤੇ ਉਹ ਐਜ਼ ਅ ਸਟਿਮੂਲੈਂਟ ਵਰਕ ਕਰਦੀ ਸੀ, ਤੇ ਉਹ ਸਟਿਚਨੀਅਮ ਲੈਣ ਤੋਂ ਬਾਅਦ ਉਹਨਾਂ ਦਾ ਹਾਰਟ ਚੱਲਣਾ ਸ਼ੁਰੂ ਹੋ ਜਾਂਦਾ ਸੀ ਪ੍ਰੋਪਰ, ਤੇ ਉਹਨਾਂ ਦੇ ਲਾਈਫ ਲੌਂਗ ਇਹਨੂੰ ਯੂਜ਼ ਕੀਤਾ ਉਹਨਾਂ ਨੇ ਸਟਿਚਨੀਅਮ ਨੂੰ। ਸੋ ਇਦਾਂ ਇਹ ਯੂਜ਼ ਹੁੰਦੀ ਸੀ ਪੁਰਾਣੇ ਟਾਈਮ ਦੇ ਵਿੱਚ ਸਟਿਚਨੀਅਮ ਜਿਹੜੀ ਹੈ, ਰਾਈਟ। ਸਟਿਚਨੀਅਮ ਹੋਰ ਕਿੱਥੇ ਯੂਜ਼ ਕਰਦੇ ਆ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ, ਅਬਿਊਜ਼ ਕਿੱਥੇ ਹੁੰਦਾ ਸਟਿਚਨੀਅਮ ਦਾ? एनीवन? कोई आइडिया है किसी ਨੂੰ? ਅਫੀਮ ਖਾਂਦੇ ਆ ਨਾ, ਅਫੀਮ, ਰਾਈਟ। ਤੇ ਨਾਰਮਲੀ ਅਫੀਮ ਦਾ ਸਿਸਟਮ ਕੀ ਹੈ, ਥੋੜਾ ਸਮਝੋ ਇਸ ਚੀਜ਼ ਨੂੰ। ਕਈ ਵਾਰੀ ਤੁਹਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਆਉਗੇ ਜਿਹੜੇ ਅਫੀਮ ਖਾਂਦੇ ਆ, ਖਾਸ ਕਰਕੇ ਰੂਰਲ ਏਰੀਆ ਦੇ ਵਿੱਚ ਅਫੀਮ ਡਰਗ ਨਹੀਂ ਕੰਸੀਡਰ ਕਰਦੇ, ਆਪਾਂ ਇਹਨੂੰ ਅਫੀਮ ਨੂੰ ਨਸ਼ਾ ਕਾਊਂਟ ਕਰਦੇ, ਉਹਨੂੰ ਡਰਗ ਨਹੀਂ ਕੰਸੀਡਰ ਕਰਦੇ। ਉੱਥੇ ਲੇਡੀਜ਼ ਵੀ ਖਾਂਦੀਆਂ, ਬੱਚੇ ਵੀ ਖਾਂਦੇ, ਸਾਰੇ ਖਾਂਦੇ। ਜਿਹੜੀ ਮੇਰੀ ਵਿਲੇਜ ਕਲੀਨਿਕ ਸੀ ਉਹਦੇ ਵਿੱਚ ਅਫੀਮ ਨੈਚੁਰਲ ਕਨਵਰਸੇਸ਼ਨ ਚ ਹੁੰਦੀ ਸੀ ਕਿ ਅੱਜ ਅਫੀਮ ਨਹੀਂ ਖਾਦੀ, ਅੱਜ ਆ ਨਹੀਂ ਖਾਦਾ, ਈਵਨ ਲੇਡੀਜ਼ ਵੀ, ਰਾਈਟ। ਸੋ ਉਹਨਾਂ ਲਈ ਉਹ ਨੈਚੁਰਲ ਪ੍ਰੋਡਕਟ ਹੈ ਜਿਹੜਾ ਸਿਰਫ ਉਹਨਾਂ ਨੂੰ ਐਕਟਿਵ ਰੱਖਣ ਵਾਸਤੇ ਉਹ ਖਾਂਦੇ ਆ ਅਫੀਮ ਨੂੰ। ਸੋ ਅਫੀਮ ਪਿਓਰ ਨਹੀਂ ਮਿਲਦੀ, ਪਿਓਰ ਬੜੀ ਕਾਸਟਲੀ ਹੁੰਦੀ ਹੈ। ਤੇ ਨਾਰਮਲੀ ਇਹਦਾ ਸਿਸਟਮ ਕੀ ਹੁੰਦਾ ਹੈ ਕਿ ਜਿਹਦੇ ਕੋਲ ਵੀ ਪਿਓਰ ਅਫੀਮ ਆ ਜਾਂਦੀ ਹੈ ਉਹ ਆਪਣੇ ਖਰਚੇ ਨੂੰ ਪੂਰੀ ਕਰਨ ਲਈ ਅਫੀਮ ਨੂੰ ਡਾਇਲਿਊਟ ਕਰਦਾ, ਰਾਈਟ, ਸੋ ਦੈਟ ਆਪਣੇ ਕੋਲ ਉਹ ਸਾਫ਼ ਰੱਖ ਲੈਂਦਾ। ਫਿਰ ਉਸ ਤੋਂ ਬਾਅਦ ਜਿਹੜੀ ਅਫੀਮ ਬਚ ਗਈ ਉਹਦੇ ਵਿੱਚ ਮਿਕਸ ਕਰਕੇ ਅੱਗੇ ਬਣਾ ਕੇ ਉਹਦੀ ਕੁਆਂਟੀਟੀ ਇਨਕਰੀਜ਼ ਕਰਕੇ ਵੇਚ ਦਿੰਦਾ, ਸੋ ਦੈਟ ਉਹਦਾ ਆਪਣਾ ਪੈਸਾ ਨਿਕਲ ਜਾਵੇ। ਉਹਨੂੰ ਮਿਕਸ ਕਰਨ ਵਾਸਤੇ, ਬਣਾਉਣ ਵਾਸਤੇ ਉਹ ਬੌਨਵੀਟਾ ਪਾਉਂਦੇ ਆ, ਹੋਰ ਬੜੀਆਂ ਚੀਜ਼ਾਂ ਪਾਉਂਦੇ ਉਹਦੇ ਵਿੱਚ ਨਾਲ ਉਹ ਜਿਹੜਾ ਨਸ਼ਾ, ਜਿਹੜਾ ਕਿੱਕ ਦੇਣੀ ਹੈ, ਕਿੱਕ ਵਾਸਤੇ ਸਟਿਚਨੀਆਂ ਯੂਜ਼ ਕਰਦੇ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਕਿਉਂ ਕਹਿ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਹਾਡੇ ਕੋਲ ਕੋਈ ਬੰਦਾ ਆਵੇ ਜਿਹਦੀ ਸਡਨ ਤਬੀਅਤ ਖਰਾਬ ਹੋਈ ਹੈ ਤੇ ਉਹਨੂੰ ਸਪੈਜ਼ਮ ਆ ਰਿਹਾ ਹੈ ਤੇ ਉਹ देयर इज ए हिस्ट्री, ਤੁਹਾਨੂੰ ਪਤਾ ਹੈ ਕਿ ਉਹ ਅਫੀਮ ਖਾਂਦਾ ਹੈ, ਰਸ਼ ਹਿਮ ਟੂ ਦਾ ਹਸਪੀਟਲ। ਜਿੰਨਾ ਜਲਦੀ ਭੇਜ ਸਕਦੇ ਹੋ ਭੇਜ ਦਿਓ। ਉਹ ਸਟਿਚਨੀਆ ਦੀ ਪੋਇਜ਼ਨ ਹੈ, ਉਹਦੇ ਵਿੱਚ ਸਟਿਚਨੀਆ ਯੂਜ਼ ਹੁੰਦੀ ਹੈ। ਤੁਸੀਂ ਉਹਨੂੰ ਪੁੱਛ ਸਕਦੇ ਹੋ ਕਿ ਨਵੀਂ ਅਫੀਮ ਤੇ ਨਹੀਂ ਖਾਦੀ ਸੀ, ਰਾਈਟ, ਕਿਉਂਕਿ ਉਹਨੇ ਪਹਿਲੀ ਵਾਰ 'ਚ ਕੰਮ ਕਰ ਦੇਣਾ ਜਿਹੜੀ ਨਵੀਂ ਹੋਊਗੀ। ਆਈ ਸੀਨ ਥੀਸ ਕੇਸਿਸ। ਮਰੇ ਆ ਇੱਕ ਬੰਦੇ ਸਾਡੀ, ਮੇਰੀ ਕਲੀਨਿਕ ਤੋਂ ਹੀ ਅੱਗੇ ਜੰਡੂ ਸਟੀਲ ਇੰਡਸਟਰੀ ਹੈ, ਉਹਨਾਂ ਦਾ ਯੰਗ ਬੇਟੇ ਦੀ ਡੈਥ ਹੋ ਗਈ ਸੀ, ਯੰਗ ਬੇਟੇ ਦੀ, ਸਿਰਫ ਇਹਦੇ ਕਾਰਨ, ਰਾਈਟ। ਉਹਨੇ ਅਫੀਮ, ਨਵੀਂ ਅਫੀਮ ਖਾਦੀ ਤੇ ਉਸ ਤੋਂ ਬਾਅਦ ਇੱਕਦਮ ਉਹਨੂੰ ਸਪੈਜ਼ਮਸ ਆਣੇ ਸ਼ੁਰੂ ਹੋਏ, ਹਸਪੀਟਲ ਵੀ ਨਹੀਂ ਪਹੁੰਚਾ ਸਕੇ, ਇਹਦੀ ਡੈਥ ਹੋ ਗਈ ਕਿਉਂਕਿ ਪਤਾ ਹੀ ਨਹੀਂ ਲੱਗਿਆ ਕੀ ਹੋਇਆ। ਸੋ ਯੂ ਸ਼ੁੱਡ ਬੀ ਅਵੇਅਰ ਆਫ ਦਿਸ ਥਿੰਗ ਕਿ ਜੇ ਤੁਹਾਨੂੰ ਲੱਗਦਾ ਤਾਂ ਕਰਕੇ ਪੇਸ਼ੈਂਟਸ ਨੂੰ ਜ਼ਰੂਰ ਪੁੱਛਿਆ ਕਰੋ ਜੇ ਇਨ ਕੇਸ ਕੋਈ ਅਬਿਊਜ਼, ਕੋਈ ਡਰਗ ਲੈਂਦੇ ਆ ਕਿ ਨਹੀਂ ਲੈਂਦੇ, ਕੋਈ ਮੈਡੀਸਨ ਲੈਂਦੇ ਆ ਕਿ ਨਹੀਂ ਲੈਂਦੇ, ਕੋਈ ਸਟੀਰੋਇਡ ਤੇ ਨਹੀਂ ਚੱਲ ਰਿਹਾ ਹੈ, ਕੋਈ ਬੋਡੀ ਬਿਲਡਿੰਗ ਵਾਸਤੇ ਤੇ ਨਹੀਂ ਲੈ ਰਿਹਾ ਹੈ। ਯੂ ਮਸਟ ਆਸਕ ਐਵਰੀਥਿੰਗ, ਕਿਉਂਕਿ ਉਹ ਚੀਜ਼ਾਂ ਫਰਕ ਪਾਉਂਦੀਆਂ। ਜੇ ਸਟੀਰੋਇਡ ਲੈ ਰਹੇ ਆ ਤੇ ਉੱਪਰੋਂ ਟਾਈਫਾਇਡ ਹੋ ਗਿਆ ਤੇ ਪਰਫੋਰੇਸ਼ਨ ਆਫ ਇੰਟੈਸਟਾਈਨ ਹੋ ਜਾਣੀ ਹੈ, ਯੂ ਮਸਟ ਨੋ ਦੈਟ, ਰਾਈਟ। ਤਾਂ ਕਰਕੇ ਇਹ ਉੱਥੇ ਯੂਜ਼ ਹੁੰਦੀ ਹੈ ਸਟਿਚਨੀਆ। ਸੋ ਇਹੋ ਜਿਹਾ ਕੋਈ ਕੇਸ ਆਵੇ, ਬੀ ਕੌਸ਼ੀਅਸ ਐਂਡ ਰਸ਼ ਹਿਮ ਟੂ ਹਸਪੀਟਲ। ਸੋ ਤਾਂ ਕਰਕੇ ਇਹ ਸਾਰਾ ਕੁਝ ਬੈਨ ਕਰ ਦਿੱਤਾ ਹੋਇਆ, ਪਰ ਫਿਰ ਵੀ ਸਮ ਹਰਬਲ ਸਪਲੀਮੈਂਟ ਸਟਿਲ ਕਲੇਮ ਕਰਦੇ ਕਿ ਇਹ ਸਟ੍ਰੈਸ ਰਿਲੀਫ ਕਰਦੀ ਹੈ ਤੇ ਟੌਕਸਿਨ ਜਿਹੜੀ ਉਹ ਐਜ਼ ਅ ਟੌਨਿਕ ਯੂਜ਼ ਹੁੰਦੀ ਹੈ। ਪਰ ਯੂਐਸ ਦੀ ਜਿਹੜੀ ਉਹ ਹੈਗੀ ਹੈ, ਜਿਹੜੀ ਕੁਆਲਿਟੀ ਮੇਨਟੇਨ ਕਰਦੀ ਹੈ, FDA, ਉਹਨੇ ਅਪਰੂਵ ਨਹੀਂ ਕੀਤਾ ਹੋਇਆ ਉਹਨੂੰ ਕਿ ਤੁਸੀਂ ਇਹਨੂੰ ਯੂਜ਼ ਨਹੀਂ ਕਰ ਸਕਦੇ। ਤੇ ਆਯੁਰਵੈਦਿਕ ਇਹਦਾ ਮਿਸਯੂਜ਼ ਹੋਣ ਦੇ ਕਾਰਨ ਇਹਦਾ ਨੁਕਸਾਨ ਵੀ ਹੋ ਸਕਦਾ ਹੈ। ਇਟ ਕੈਨ ਕਾਜ਼ ਸੀਵੀਅਰ ਸਪੈਜ਼ਮ, ਕਨਵਰਜਨ ਐਂਡ ਈਵਨ ਡੈਥ ਇਹਦੇ ਨਾਲ ਹੋ ਸਕਦੀ ਹੈ, ਕਿਉਂਕਿ ਬੜੀਆਂ ਚੀਜ਼ਾਂ ਰੈਗੂਲੇਟਡ ਨਹੀਂ, ਠੀਕ ਹੈ। हमें चला गया, क्लियर है? ऐसे तक कोई क्वेश्चन? स्लाइड्स का अरे ਉਹ ਪੈ ਗਿਆ। ਮੈਨੂੰ ਲੱਗਦਾ ਮੈਂ ਰਾਤੀ ਜਦੋਂ ਨਾ ਸੇਵ ਕਰਨੀਆਂ ਭੁੱਲ ਗਿਆ, ਪਰ ਸੇਵ ਤੇ ਆਪਣੇ ਆਪ ਹੋ ਜਾਣੀ ਚਾਹੀਦੀ।